हाँ जी, प्रीवियस क्लास ਦੇ ਵਿੱਚ ਆਪਾਂ EM वेव्स एंड ब्लैक बॉडी रेडिएशंस ਦਾ ਟੌਪਿਕ ਸਟਾਰਟ ਕੀਤਾ ਸੀ ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਉਹੀ ਟੌਪਿਕ ਨੂੰ ਕੰਟੀਨਿਊ ਕਰਾਂਗੇ। ਹਾਂਜੀ, ਅੱਜ ਦੀ ਕਲਾਸ ਦਾ ਫਸਟ ਟੌਪਿਕ ਹੈ ਸਕੇਲਰ ਐਂਡ ਵੈਕਟਰ ਪੋਟੈਂਸ਼ੀਅਲਸ। ਇਲੈਕਟ੍ਰੋਸਟੈਟਿਕ ਦੇ ਵਿੱਚ ਆਪਾਂ ਪੋਟੈਂਸ਼ੀਅਲ ਟਰਮ ਯੂਜ਼ ਕੀਤੀ ਸੀ। ਪੋਟੈਂਸ਼ੀਅਲ ਬੇਸਿਕਲੀ ਆਪਣੇ ਕੋਲ ਹੁੰਦਾ ਕੀ ਹੈ, ਇਲੈਕਟ੍ਰੋਸਟੈਟਿਕਸ ਦੇ ਵਿੱਚ ਕੀ ਸੀ ਪੋਟੈਂਸ਼ੀਅਲ ਕਿ ਕਿਸੇ ਵੀ ਚਾਰਜ ਨੂੰ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੱਕ ਲੈ ਕੇ ਜਾਣ ਲਈ ਕਿੰਨਾ ਵਰਕ ਡਨ ਕਰਨਾ ਪੈਂਦਾ, ਉਸ ਨੂੰ ਆਪਾਂ ਕੀ ਕਹਿੰਦੇ ਸੀ, ਪੋਟੈਂਸ਼ੀਅਲ। ਤਾਂ ਇਲੈਕਟ੍ਰਿਕ ਪੋਟੈਂਸ਼ੀਅਲ ਬੇਸਿਕਲੀ ਜੇ ਆਪਾਂ ਦੇਖੀਏ, ਇਲੈਕਟ੍ਰਿਕ ਪੋਟੈਂਸ਼ੀਅਲ ਬੇਸਿਕਲੀ એનર્ਜੀ ਲੈਵਲਸ ਨੂੰ ਰਿਪਰੈਜ਼ੈਂਟ ਕਰਦਾ ਹੁੰਦਾ। ਤਾਂ ਜਿਵੇਂ ਆਪਾਂ ਇਲੈਕਟ੍ਰੋਸਟੈਟਿਕਸ ਦੇ ਵਿੱਚ ਪੋਟੈਂਸ਼ੀਅਲ ਡਿਸਕਸ ਕੀਤਾ ਸੀ, ਉਵੇਂ ਆਪਣੇ ਕੋਲ ਮੈਗਨੈਟਿਕ ਪੋਟੈਂਸ਼ੀਅਲ ਵੀ ਹੁੰਦਾ। ਇਲੈਕਟ੍ਰਿਕ ਪੋਟੈਂਸ਼ੀਅਲ ਦੀ ਤਰ੍ਹਾਂ ਮੈਗਨੈਟਿਕ ਪੋਟੈਂਸ਼ੀਅਲ, ਜਿਵੇਂ ਆਪਣੇ ਕੋਲ ਇਲੈਕਟ੍ਰਿਕ ਪੋਟੈਂਸ਼ੀਅਲ ਦੇ ਵਿੱਚ ਕੀ ਸੀ, ਕੋਈ ਵੀ ਚਾਰਜ ਪਿਆ ਤਾਂ ਉਸ ਦੇ ਆਲੇ ਦੁਆਲੇ ਕੋਈ ਰੀਜ਼ਨ ਹੈ ਜਿੱਥੇ ਤੱਕ ਉਸ ਦਾ ਇਫੈਕਟ ਆਬਜ਼ਰਵ ਕੀਤਾ ਜਾ ਸਕਦਾ ਹੈ, ਤਾਂ ਆਪਾਂ ਉੱਥੇ ਤੱਕ ਕਿਸੇ ਵੀ ਪੁਆਇੰਟ ਦੇ ਉੱਪਰ ਉਸ ਦਾ ਪੋਟੈਂਸ਼ੀਅਲ ਮੇਜਰ ਕਰ ਸਕਦੇ ਹਾਂ। ਜਿਵੇਂ r ਡਿਸਟੈਂਸ ਤੇ ਪਿਆ ਕੋਈ ਪੁਆਇੰਟ, ਇੱਥੇ ਆਪਾਂ ਪੋਟੈਂਸ਼ੀਅਲ ਮੇਜਰ ਕਰ ਸਕਦੇ ਹਾਂ। ਸਿਮਿਲਰਲੀ ਅਗਰ ਕੋਈ ਕਰੰਟ ਕੈਰਿੰਗ ਵਾਇਰ ਹੈ ਤਾਂ ਉਹਦੇ ਨਾਲ ਮੈਗਨੈਟਿਕ ਫੀਲਡ ਐਸੋਸੀਏਟਿਡ ਹੋ ਗਿਆ, ਜਾਂ ਆਪਣੇ ਕੋਲ ਮੈਗਨੈਟਿਕ ਫੀਲਡ ਲਾਈਨਸ ਆਪਾਂ ਡਰਾ ਕਰਦੇ ਹਾਂ ਤਾਂ ਇਸ ਦੇ ਨਾਲ ਮੈਗਨੈਟਿਕ ਫੀਲਡ ਐਸੋਸੀਏਟਿਡ ਹੋ ਗਿਆ। ਤਾਂ ਇਸ ਦੇ ਵਿੱਚ ਆਪਣੇ ਕੋਲ ਇੱਥੇ ਵੀ ਕੀ ਹੋਏਗਾ, ਪੋਟੈਂਸ਼ੀਅਲ ਹੋਏਗਾ, ਮੈਗਨੈਟਿਕ ਪੋਟੈਂਸ਼ੀਅਲ ਹੋਏਗਾ। ਤੇ ਹੁਣ ਆਪਾਂ ਗੱਲ ਕਰੀਏ ਸਕੇਲਰ ਐਂਡ ਵੈਕਟਰ। ਟੂ ਟਾਈਪਸ ਦੇ ਪੋਟੈਂਸ਼ੀਅਲਸ ਹੁੰਦੇ ਨੇ, ਸਕੇਲਰ ਪੋਟੈਂਸ਼ੀਅਲ ਐਂਡ ਵੈਕਟਰ ਪੋਟੈਂਸ਼ੀਅਲ। ਬੇਸਿਕਲੀ ਜੋ ਸਕੇਲਰ ਪੋਟੈਂਸ਼ੀਅਲ ਹੁੰਦਾ ਉਹ ਆਪਣੇ ਕੋਲ ਸਟੈਡੀ ਕੰਡੀਸ਼ਨਸ ਦੇ ਨਾਲ ਡੀਲ ਕਰਦਾ ਹੁੰਦਾ, ਬਟ ਜੋ ਵੈਕਟਰ ਪੋਟੈਂਸ਼ੀਅਲ ਹੁੰਦਾ ਉਹ ਡਾਇਨਾਮਿਕ ਕੰਡੀਸ਼ਨਸ ਦੇ ਨਾਲ ਡੀਲ ਕਰਦਾ ਹੈ। ਤਾਂ ਆਪਾਂ ਸਕੇਲਰ ਮੈਗਨੈਟਿਕ ਪੋਟੈਂਸ਼ੀਅਲ ਤੇ ਵੈਕਟਰ ਮੈਗਨੈਟਿਕ ਪੋਟੈਂਸ਼ੀਅਲ ਡਿਸਕਸ ਕਰਾਂਗੇ। ਪਹਿਲਾਂ ਆਪਾਂ ਇਲੈਕਟ੍ਰਿਕ ਪੋਟੈਂਸ਼ੀਅਲ ਦੀ ਗੱਲ ਕਰੀਏ। ਇਲੈਕਟ੍ਰਿਕ ਪੋਟੈਂਸ਼ੀਅਲ ਤਾਂ ਆਪਾਂ ਕਰਦੇ ਆਏ ਹਾਂ ਕਿ ਇਲੈਕਟ੍ਰੋਸਟੈਟਿਕਸ ਦੇ ਵਿੱਚ ਸਿਰਫ ਸਕੇਲਰ ਪੋਟੈਂਸ਼ੀਅਲ ਹੁੰਦਾ, ਬਿਕੋਜ਼ ਆਪਣੇ ਕੋਲ ਡੈਲ ਕ੍ਰਾਸ ਈ ਜੋ ਹੁੰਦਾ ਉਹ 0 ਹੁੰਦਾ ਤੇ ਉੱਥੇ ਆਪਣੇ ਕੋਲ ਸਿਰਫ ਸਕੇਲਰ ਪੋਟੈਂਸ਼ੀਅਲ ਹੀ ਬਣਦਾ। ਸਕੇਲਰ ਪੋਟੈਂਸ਼ੀਅਲ ਹੁੰਦਾ ਆਪਣੇ ਕੋਲ ਇਲੈਕਟ੍ਰਿਕ ਸਕੇਲਰ ਪੋਟੈਂਸ਼ੀਅਲ ਹੁੰਦਾ, VE ਨਾਲ ਡਿਨੋਟ ਕਰਦੇ ਆ, ਤੇ VE ਆਪਣੇ ਕੋਲ ਪੋਟੈਂਸ਼ੀਅਲ ਹੈ ਤੇ ਨੈਗੇਟਿਵ ਆਫ ਗ੍ਰੇਡੀਐਂਟ ਆਫ ਦੈਟ ਪੋਟੈਂਸ਼ੀਅਲ ਇਜ਼ ਇਕੁਅਲ ਟੂ ਇਲੈਕਟ੍ਰਿਕ ਫੀਲਡ। ਜਿਵੇਂ ਆਪਣੇ ਕੋਲ ਇਲੈਕਟ੍ਰੋਸਟੈਟਿਕ ਪੋਟੈਂਸ਼ੀਅਲ ਦਾ ਗ੍ਰੇਡੀਐਂਟ ਦਾ ਨੈਗੇਟਿਵ ਹੈ ਜੋ ਇਲੈਕਟ੍ਰਿਕ ਫੀਲਡ ਦੇ ਇਕੁਅਲ ਹੁੰਦਾ, ਉਵੇਂ ਹੀ ਆਪਣੇ ਕੋਲ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਦੇ ਗ੍ਰੇਡੀਐਂਟ ਦਾ ਨੈਗੇਟਿਵ ਗ੍ਰੇਡੀਐਂਟ ਜੋ ਹੁੰਦਾ ਉਹ ਆਪਣੇ ਕੋਲ ਮੈਗਨੈਟਿਕ ਫੀਲਡ ਦੇ ਇਕੁਅਲ ਹੁੰਦਾ। ਇਹ ਮੈਗਨੈਟੋਸਟੈਟਿਕਸ ਦੇ ਵਿੱਚ ਇਲੈਕਟ੍ਰੋਸਟੈਟਿਕਸ ਦੇ ਵਾਂਗੂ ਹੀ ਆਪਾਂ ਸਕੇਲਰ ਪੋਟੈਂਸ਼ੀਅਲ ਬਣਾਇਆ। ਜਿਵੇਂ ਇਲੈਕਟ੍ਰੋਸਟੈਟਿਕਸ ਦੇ ਵਿੱਚ ਸੀ ਪੋਟੈਂਸ਼ੀਅਲ ਦਾ ਗ੍ਰੇਡੀਐਂਟ ਇਲੈਕਟ੍ਰਿਕ ਫੀਲਡ ਦੇ ਇਕੁਅਲ, ਉਵੇਂ ਹੀ ਆਪਣੇ ਕੋਲ ਮੈਗਨੈਟਿਕ ਫੀਲਡ ਦੇ ਵਿੱਚ ਹੈ, ਮੈਗਨੈਟੋਸਟੈਟਿਕਸ ਦੇ ਵਿੱਚ ਕਿ ਆਪਣੇ ਕੋਲ ਜੋ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਹੈ ਉਸ ਦੇ ਗ੍ਰੇਡੀਐਂਟ ਦਾ ਨੈਗੇਟਿਵ ਜੋ ਹੈ ਉਹ ਮੈਗਨੈਟਿਕ ਫੀਲਡ ਦੇ ਇਕੁਅਲ ਹੁੰਦਾ। ਤੇ ਜਿਵੇਂ ਆਪਣੇ ਕੋਲ ਜੋ ਪੋਟੈਂਸ਼ੀਅਲ ਸੀਗਾ ਸਕੇਲਰ ਪੋਟੈਂਸ਼ੀਅਲ ਇਸ ਦੇ ਯੂਨਿਟਸ ਸੀ ਵੋਲਟ, ਤੇ ਇਲੈਕਟ੍ਰਿਕ ਫੀਲਡ ਦੇ ਹੋ ਗਏ ਵੋਲਟ ਪਰ ਮੀਟਰ। ਸਿਮਿਲਰਲੀ ਜੋ ਆਪਣੇ ਕੋਲ ਮੈਗਨੈਟਿਕ ਫੀਲਡ ਹੁੰਦਾ ਇਸ ਦੇ ਹੁੰਦੇ ਨੇ ਐਂਪੀਅਰ ਪਰ ਮੀਟਰ। ਤਾਂ ਉਸ ਤਰੀਕੇ ਨਾਲ ਆਪਣੇ ਕੋਲ ਜੋ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਹੈ ਉਸ ਦੇ ਯੂਨਿਟਸ ਕੀ ਹੋ ਗਏ, ਐਂਪੀਅਰ ਹੋ ਗਏ। ਇਹ ਵੀ ਯਾਦ ਰੱਖਣਾ, ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਦੇ ਯੂਨਿਟਸ ਕੀ ਹੁੰਦੇ ਆ, ਐਂਪੀਅਰਸ ਹੁੰਦੇ ਆ। ਬਟ ਜੋ ਇਹ ਆਪਾਂ ਕੰਡੀਸ਼ਨ ਬਣਾਈ ਕਿ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਇੱਕ ਐਸੀ ਟਰਮ ਹੁੰਦੀ ਹੈ ਜਿਸ ਦਾ ਗ੍ਰੇਡੀਐਂਟ ਦਾ ਨੈਗੇਟਿਵ ਜੋ ਹੁੰਦਾ ਉਹ ਆਪਣੇ ਕੋਲ ਮੈਗਨੈਟਿਕ ਫੀਲਡ ਦੇ ਇਕੁਅਲ ਹੈ, ਮੈਗਨੈਟਿਕ ਫੀਲਡ ਇੰਟੈਂਸਿਟੀ ਦੇ ਇਕੁਅਲ ਹੈ। ਬਟ ਆਪਣੇ ਕੋਲ ਇਹ ਕੰਡੀਸ਼ਨ ਹਰ ਟਾਈਮ ਨਹੀਂ ਵੈਲਿਡ ਹੁੰਦੀ। ਇਹ ਕੰਡੀਸ਼ਨ ਸਿਰਫ ਉਦੋਂ ਵੈਲਿਡ ਹੁੰਦੀ ਹੈ ਜਦੋਂ ਆਪਣੇ ਕੋਲ J ਵੈਕਟਰ ਦੀ ਵੈਲਿਊ ਕੀ ਹੁੰਦੀ ਹੈ, 0। J ਵੈਕਟਰ 0 ਮੀਨਸ ਕਰੰਟ ਡੈਂਸਿਟੀ 0। ਤਾਂ ਜਦੋਂ ਕਰੰਟ ਡੈਂਸਿਟੀ 0 ਹੈ ਉਸ ਟਾਈਮ ਤੇ ਸਕੇਲਰ ਪੋਟੈਂਸ਼ੀਅਲ ਹੁੰਦਾ। ਜੇ ਕਰੰਟ ਡੈਂਸਿਟੀ ਨਾਟ ਇਕੁਅਲ ਟੂ 0 ਹੋਵੇ ਫਿਰ ਆਪਣੇ ਕੋਲ ਵੈਕਟਰ ਪੋਟੈਂਸ਼ੀਅਲ ਹੁੰਦਾ। ਮੈਗਨੈਟਿਕ ਵੈਕਟਰ ਪੋਟੈਂਸ਼ੀਅਲ ਆਪਾਂ ਆਪਣੇ ਪ੍ਰੀਵੀਅਸ ਕਲਾਸਿਸ ਦੇ ਵਿੱਚ ਵੀ ਕਰਕੇ ਆਏ ਹਾਂ, ਬਟ ਚਲੋ ਆਪਾਂ ਥੋੜਾ ਡਿਸਕਸ ਕਰ ਲਾਂਗੇ ਅੱਜ ਦੀ ਕਲਾਸ ਦੇ ਵਿੱਚ ਵੀ। ਤਾਂ ਇਹ ਸਕੇਲਰ ਪੋਟੈਂਸ਼ੀਅਲ ਹੈ। ਤਾਂ ਆਪਾਂ ਇਹ ਕੰਡੀਸ਼ਨ ਜੋ ਬਣਾਈ ਕਿ J ਵੈਕਟਰ ਇਕੁਅਲ ਟੂ 0, ਇਹ ਕਦੋਂ ਕਿਵੇਂ ਬਣੀ, ਦੇਖੋ ਆਪਣੇ ਕੋਲ H ਵੈਕਟਰ ਇਜ਼ ਇਕੁਅਲ ਟੂ ਮਾਈਨਸ ਡੈਲ ਵੈਕਟਰ VM ਇਸ ਦੇ ਇਕੁਅਲ ਆਪਾਂ ਦੋਨੋਂ ਸਾਈਡ ਤੇ ਕਰਲ ਲੈਣੇ ਆ। ਇਸ ਦੇ ਦੋਨੋਂ ਸਾਈਡ ਤੇ ਕਰਲ ਲਿਆ ਮੀਨਸ ਡੈਲ ਕ੍ਰਾਸ ਕੀਤਾ ਆਪਾਂ। ਜਦੋਂ ਆਪਾਂ ਕਰਲ ਲਿਆ, ਦੇਖੋ ਜੋ ਆਪਣੇ ਕੋਲ ਰਾਈਟ ਹੈਂਡ ਸਾਈਡ ਹੈ ਇਸ ਦੇ ਵਿੱਚ ਕੀ ਆ ਗਿਆ, ਕਰਲ ਆਫ ਗ੍ਰੇਡੀਐਂਟ। ਇਹ ਆਪਣੇ ਕੋਲ ਗ੍ਰੇਡੀਐਂਟ ਸੀ ਨਾ, ਕਰਲ ਆਫ ਗ੍ਰੇਡੀਐਂਟ ਜੋ ਹੁੰਦਾ ਉਹ ਹਮੇਸ਼ਾ ਕੀ ਹੁੰਦਾ, 0 ਹੁੰਦਾ। ਕਰਲ ਆਫ ਗ੍ਰੇਡੀਐਂਟ ਇਜ਼ ਆਲਵੇਜ਼ 0, ਚਾਹੇ ਕੋਈ ਵੀ ਟਰਮ ਹੈ ਬਟ ਕਰਲ ਆਫ ਗ੍ਰੇਡੀਐਂਟ ਇਜ਼ ਆਲਵੇਜ਼ 0। ਤਾਂ ਆਪਣੇ ਕੋਲ ਜੋ ਰਾਈਟ ਹੈਂਡ ਸਾਈਡ ਹੈ ਉਹ ਤਾਂ 0 ਹੋਗੀ। ਲੈਫਟ ਹੈਂਡ ਸਾਈਡ ਹੁਣ ਜੋ ਬਚੀ ਡੈਲ ਕ੍ਰੋਸ H, ਲੈਫਟ ਹੈਂਡ ਸਾਈਡ 0 ਹੋ ਵੀ ਸਕਦੀ ਹੈ, ਨਹੀਂ ਵੀ ਹੋ ਸਕਦੀ। ਤਾਂ ਲੈਫਟ ਹੈਂਡ ਸਾਈਡ 0 ਕਦੋਂ ਹੋਊਗੀ, ਜੇ ਆਪਣੇ ਕੋਲ J ਵੈਕਟਰ 0 ਹੋਏਗਾ। ਤੇ ਕਦੋਂ 0 ਨਹੀਂ ਹੋਏਗੀ, ਜਦੋਂ J ਵੈਕਟਰ ਨਾਟ ਇਕੁਅਲ ਟੂ 0 ਹੋਏਗਾ। ਤਾਂ ਆਪਣੇ ਕੋਲ ਇਹ ਹੋ ਗਿਆ ਕਿ H ਵੈਕਟਰ ਇਜ਼ ਇਕੁਅਲ ਟੂ ਮਾਈਨਸ ਗ੍ਰੇਡੀਐਂਟ ਆਫ VM ਉਦੋਂ ਹੀ ਹੋਏਗਾ ਜਦੋਂ ਆਪਣੇ ਕੋਲ J ਵੈਕਟਰ 0 ਹੋਊਗਾ। ਤਾਂ ਆਪਣੇ ਕੋਲ ਇਹ ਕੰਡੀਸ਼ਨ ਬਣ ਗਈ ਕਿ ਸਕੇਲਰ ਪੋਟੈਂਸ਼ੀਅਲ ਉਦੋਂ ਹੋਏਗਾ ਜਦੋਂ J ਵੈਕਟਰ 0 ਹੈ, ਤੇ ਜਦੋਂ J ਵੈਕਟਰ ਨਾਟ ਇਕੁਅਲ ਟੂ 0 ਹੈ ਉਸ ਟਾਈਮ ਤੇ ਆਪਾਂ ਵੈਕਟਰ ਪੋਟੈਂਸ਼ੀਅਲ ਯੂਜ਼ ਕਰਦੇ ਹਾਂ। ਬਹੁਤ ਹੀ ਇੰਪੋਰਟੈਂਟ ਕੰਡੀਸ਼ਨ ਹੈ ਕਿ ਜਦੋਂ J ਵੈਕਟਰ 0 ਹੈ ਉਦੋਂ ਸਕੇਲਰ ਪੋਟੈਂਸ਼ੀਅਲ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਐਗਜ਼ਿਸਟ ਕਰਦਾ ਹੈ, ਤੇ ਜਦੋਂ J ਵੈਕਟਰ ਨਾਟ ਇਕੁਅਲ ਟੂ 0 ਹੈ ਉਦੋਂ ਮੈਗਨੈਟਿਕ ਵੈਕਟਰ ਪੋਟੈਂਸ਼ੀਅਲ ਆਪਾਂ ਯੂਜ਼ ਕਰਦੇ ਹਾਂ।
ਤਾਂ ਇਹ ਕੁਝ ਕੰਡੀਸ਼ਨਸ ਨੇ, ਕੁਝ ਇਕੁਏਸ਼ਨਸ ਨੇ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਨਾਲ। ਜੀ ਹੁਣ ਆਪਾਂ ਡਿਸਕਸ ਕਰਦੇ ਹਾਂ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ। ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਦੇ ਨਾਲ ਰਿਲੇਟਿਡ ਜੋ ਕੁਝ ਇਕੁਏਸ਼ਨਸ ਨੇ ਆਪਾਂ ਉਹ ਡਿਸਕਸ ਕਰਾਂਗੇ। ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਸਭ ਨੂੰ ਪਹਿਲਾਂ ਪਤਾ ਹੀ ਹੈ ਕਿ ਇਹ ਉੱਥੇ ਵੈਲਿਡ ਹੈ ਜਿੱਥੇ ਸਿਰਫ ਆਪਣੇ ਕੋਲ J ਵੈਕਟਰ 0 ਹੈ, ਦੈਟ ਇਜ਼ ਕਰੰਟ ਡੈਂਸਿਟੀ 0 ਹੈ। ਤੇ ਹੁਣ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਨੂੰ ਇਲੈਕਟ੍ਰੋਸਟੈਟਿਕਸ ਦੇ ਨਾਲ ਦੇ ਅਕੋਰਡਿੰਗ ਹੀ ਆਪਾਂ ਜੋ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਦੀ ਇਕੁਏਸ਼ਨ ਲਿਖੀ ਸੀ H ਵੈਕਟਰ ਇਜ਼ ਇਕੁਅਲ ਟੂ ਮਾਈਨਸ ਆਫ ਗ੍ਰੇਡੀਐਂਟ ਆਫ VM। जो VM है मैग्नेटिक स्केलर पोटेंशियल है कि ग्रेडियंट ऑफ स्केलर पोटेंशियल ਦਾ 네ਗੇਟਿਵ ਜੋ ਹੈ ਉਹ ਮੈਗਨੈਟਿਕ ਫੀਲਡ ਇੰਟੈਂਸਿਟੀ ਦਿੰਦੇ ਆ। ਤੇ ਆਪਾਂ ਇਹ ਵੀ ਕਿਹਾ ਸੀ ਕਿ ਅਗਰ ਆਪਣੇ ਕੋਲ ਇਹ ਚੀਜ਼ ਹੋਊਗੀ, ਅਗਰ ਆਪਣੇ ਕੋਲ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਐਗਜ਼ਿਸਟ ਕਰੂਗਾ ਤਾਂ ਜ਼ਰੂਰ ਡੈਲ ਵੈਕਟਰ ਕ੍ਰਾਸ H ਵੈਕਟਰ ਕੀ ਹੋਊਗਾ, 0 ਹੋਊਗਾ। ਮੀਨਸ ਆਪਣੇ ਕੋਲ ਕਰਲ ਆਫ H ਵੈਕਟਰ ਕੀ ਹੋਏਗਾ, 0 ਹੋਏਗਾ। ਤਾਂ ਇਹ ਜੋ ਪੁਆਇੰਟਸ ਨੇ, ਜੋ ਇਕੁਏਸ਼ਨਸ ਨੇ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਨਾਲ ਰਿਲੇਟਿਡ, ਇਹ ਸਭ ਆਪਾਂ ਨੂੰ ਕਲੀਅਰ ਹੋਣੀਆਂ ਚਾਹੀਦੀਆਂ ਨੇ ਬਿਕੋਜ਼ ਐਗਜ਼ਾਮ ਦੇ ਵਿੱਚ ਕਿਸ ਤਰੀਕੇ ਨਾਲ ਵੀ ਮੋਲਡ ਹੋ ਕੇ ਕੁਐਸਚਨ ਆ ਸਕਦੇ। ਉਸ ਤੋਂ ਬਾਅਦ ਆਪਾਂ ਨੂੰ ਇਹ ਪਤਾ ਹੈ ਕਿ ਆਪਣੇ ਕੋਲ ਗੌਸ ਇਕੁਏਸ਼ਨ ਹੁੰਦੀ ਹੈ, ਆਪਣੇ ਕੋਲ ਜੋ ਮੈਕਸਵੈਲਸ ਇਕੁਏਸ਼ਨ ਹੁੰਦੀ ਹੈ ਡੈਲ ਵੈਕਟਰ ਡਾਟ ਬੀ ਵੈਕਟਰ ਇਜ਼ ਇਕੁਅਲ ਟੂ 0। ਤੇ ਜੋ ਬੀ ਵੈਕਟਰ ਹੈ ਉਹ ਮਿਊ ਨੋਟ H ਵੈਕਟਰ ਦੇ ਇਕੁਅਲ ਹੁੰਦਾ ਹੈ। ਬੀ ਵੈਕਟਰ ਦੀ ਵੈਲਿਊ ਆਪਾਂ ਪੁੱਟ ਕਰ ਦਾਂਗੇ, ਮਿਊ ਨੋਟ ਵੀ ਕਾਂਸਟੈਂਟ ਹੈ, ਬਾਹਰ ਆ ਕੇ ਮਿਊ ਨੋਟ ਉਧਰ ਡਿਵਾਈਡ ਚ ਜਾਏਗਾ, 0 ਓਵਰ ਮਿਊ ਨੋਟ ਕੀ ਹੋ ਜਾਏਗਾ, 0। ਤਾਂ ਆਪਣੇ ਕੋਲ ਕੀ ਬਚ ਜਾਏਗਾ ਇੱਥੇ ਡੈਲ ਵੈਕਟਰ ਡਾਟ H ਵੈਕਟਰ ਇਜ਼ ਇਕੁਅਲ ਟੂ 0, ਦੈਟ ਇਜ਼ ਆਪਣੇ ਕੋਲ ਡਾਈਵਰਜੈਂਸ ਆਫ H ਵੈਕਟਰ ਇਜ਼ ਇਕੁਅਲ ਟੂ 0। H ਵੈਕਟਰ ਦੀ ਵੈਲਿਊ ਆਪਾਂ ਫਰਸਟ ਇਕੁਏਸ਼ਨ ਚ ਇੱਥੇ ਪੁੱਟ ਕਰਾਂਗੇ। ਜਦੋਂ ਪੁੱਟ ਕੀਤਾ ਤਾਂ ਆਪਣੇ ਕੋਲ ਕੀ ਆ ਗਿਆ, ਮਾਈਨਸ ਡੈਲ ਸਕੁਅਰ VM ਇਜ਼ ਇਕੁਅਲ ਟੂ 0। ਤਾਂ ਇਹ ਇਕੁਏਸ਼ਨ ਵੀ ਸਿਰਫ ਉਦੋਂ ਹੀ ਵੈਲਿਡ ਹੋਊਗੀ ਜਦੋਂ ਆਪਣੇ ਕੋਲ J ਵੈਕਟਰ 0 ਹੈ, ਦੈਟ ਇਜ਼ ਜਦੋਂ ਆਪਣੇ ਕੋਲ ਸਕੇਲਰ ਪੋਟੈਂਸ਼ੀਅਲ ਦੀ ਗੱਲ ਹੋ ਰਹੀ ਹੈ। ਮੀਨਸ ਆਪਣੇ ਕੋਲ VM ਕੀ ਹੈ, ਸਕੇਲਰ ਪੋਟੈਂਸ਼ੀਅਲ, ਤੇ ਮਾਈਨਸ ਆਫ ਡੈਲ ਸਕੁਅਰ ਆਫ ਸਕੇਲਰ ਪੋਟੈਂਸ਼ੀਅਲ ਇਜ਼ ਇਕੁਅਲ ਟੂ 0। ਅਗਰ ਆਪਾਂ ਇੱਥੇ ਡੈਲ ਸਕੁਅਰ ਦੀ ਵੈਲਿਊ ਪੁੱਟ ਕਰ ਦਈਏ, ਕਰਲੀ ਸਕੁਅਰ ਬਾय ਕਰਲੀ x ਸਕੁਅਰ ਪਲੱਸ ਕਰਲੀ ਸਕੁਅਰ ਬਾय ਕਰਲੀ y ਸਕੁਅਰ ਪਲੱਸ ਕਰਲੀ ਸਕੁਅਰ ਬਾय ਕਰਲੀ z ਸਕੁਅਰ, ਤਾਂ ਇਸ ਤੋਂ ਆਪਣੇ ਕੋਲ ਇਹ ਵਾਲੀ ਇਕੁਏਸ਼ਨ ਵੀ ਬਣਦੀ ਹੈ। ਇਹ ਵੀ ਆਪਣੇ ਕੋਲ ਸਕੇਲਰ ਪੋਟੈਂਸ਼ੀਅਲ ਦੇ ਲਈ ਹੀ ਹੈ, ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਦੇ ਲਈ। ਤੇ ਜੇ ਗੱਲ ਕਰੀਏ ਆਪਾਂ ਮੈਗਨੈਟਿਕ ਵੈਕਟਰ ਪੋਟੈਂਸ਼ੀਅਲ ਦੀ, ਤਾਂ ਮੈਗਨੈਟਿਕ ਵੈਕਟਰ ਪੋਟੈਂਸ਼ੀਅਲ ਜਿਸ ਨੂੰ ਆਪਾਂ A ਵੈਕਟਰ ਨਾਲ ਡਿਨੋਟ ਕਰ ਰਹੇ ਹਾਂ, ਇਹ ਇੱਕ ਐਸਾ ਵੈਕਟਰ ਹੁੰਦਾ ਹੈ ਜਿਸ ਦਾ ਅਗਰ ਆਪਾਂ ਕਰਲ ਲਈਏ ਤਾਂ ਉਹ ਆਪਾਂ ਨੂੰ ਮੈਗਨੈਟਿਕ ਫੀਲਡ ਦੇਵੇ। ਤਾਂ ਆਪਣੇ ਕੋਲ ਜੋ ਮੈਗਨੈਟਿਕ ਵੈਕਟਰ ਪੋਟੈਂਸ਼ੀਅਲ ਹੈ ਉਸ ਵੈਕਟਰ ਨੂੰ ਕਹਿੰਦੇ ਆ ਜਿਸ ਦਾ ਜਦੋਂ ਆਪਾਂ ਕਰਲ ਲੈਂਦੇ ਆ ਉਹ ਆਪਾਂ ਨੂੰ ਮੈਗਨੈਟਿਕ ਫੀਲਡ ਦਿੰਦਾ ਹੈ, ਤੇ ਉਹ ਉੱਥੇ ਐਗਜ਼ਿਸਟ ਕਰਦਾ ਜਿੱਥੇ J ਵੈਕਟਰ ਨਾਟ ਇਕੁਅਲ ਟੂ 0 ਹੈ। ਇਸ ਦੇ ਬਾਰੇ ਆਪਾਂ ਡਿਟੇਲ ਇਸ ਦੀ ਜੋ ਡੈਰੀਵੇਸ਼ਨ ਸੀ ਆਪਾਂ ਆਪਣੀਆਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਡਿਸਕਸ ਕਰਕੇ ਆਏ ਆ। ਤੇ ਹੁਣ ਮੈਂ ਇੱਥੇ ਡਾਇਰੈਕਟ ਇਸ ਦਾ ਰਿਜ਼ਲਟ ਲਿਖ ਰਹੀ ਹਾਂ ਕਿ ਜੋ A ਵੈਕਟਰ ਹੈ ਉਸ ਦੀ ਵੈਲਿਊ ਹੁੰਦੀ ਹੈ ਮਿਊ ਨੋਟ ਅਪੋਨ 4 ਪਾਈ ਇੰਟੀਗ੍ਰੇਸ਼ਨ ਆਫ J ਵੈਕਟਰ dV upon R. What is J vector current density? What is dV volume? What is R distance of the point at which we have to find magnetic vector potential? अगर किसी ने इसकी डिटेल्ड डेरिवेशन करनी है तो अपने प्रीवियस क्लासेस ਦੇ ਵਿੱਚ इसकी डिटेल्ड डेरिवेशन भी है ਤਾਂ ਤੁਸੀਂ ਉੱਥੋਂ ਵੀ ਕਰ ਸਕਦੇ ਹੋ। ਬਟ ਆਪਣੇ ਕੋਲ ਪਤਾ ਹੋਣਾ ਚਾਹੀਦਾ ਮੈਗਨੈਟਿਕ ਵੈਕਟਰ ਪੋਟੈਂਸ਼ੀਅਲ ਕੀ ਹੁੰਦਾ ਹੈ, ਇੱਕ ਐਸਾ ਵੈਕਟਰ ਜਿਸ ਦਾ ਕਰਲ ਆਪਾਂ ਨੂੰ ਮੈਗਨੈਟਿਕ ਫੀਲਡ ਦਿੰਦਾ ਤੇ ਇਸ ਦੀ ਵੈਲਿਊ ਵੀ ਮੈਂ ਤੁਹਾਨੂੰ ਦੱਸਦੀ। ਤੇ ਮੈਂ ਕੁਝ ਸਮ ਅਪ ਕੀਤਾ ਇਲੈਕਟ੍ਰਿਕ ਪੋਟੈਂਸ਼ੀਅਲ, ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਤੇ ਮੈਗਨੈਟਿਕ ਵੈਕਟਰ ਪੋਟੈਂਸ਼ੀਅਲ ਦੇ ਜੋ ਇੰਪੋਰਟੈਂਟ ਪੁਆਇੰਟਸ ਨੇ। ਆਪਾਂ ਨੂੰ ਪਤਾ ਹੈ ਜੋ ਮੈਗਨੈਟਿਕ ਜੋ ਇਲੈਕਟ੍ਰਿਕ ਪੋਟੈਂਸ਼ੀਅਲ ਹੁੰਦਾ ਇੱਕ ਐਸੀ ਟਰਮ ਹੁੰਦੀ ਹੈ ਜਿਸ ਦਾ ਅਗਰ ਆਪਾਂ ਨੈਗੇਟਿਵ ਗ੍ਰੇਡੀਐਂਟ ਲੈਂਦੇ ਆ ਇਲੈਕਟ੍ਰਿਕ ਫੀਲਡ ਮਿਲਦਾ ਆਪਾਂ ਨੂੰ, ਤੇ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਇੱਕ ਐਸੀ ਟਰਮ ਹੁੰਦੀ ਹੈ ਜਿਸ ਦਾ ਆਪਾਂ ਗ੍ਰੇਡੀਐਂਟ ਦਾ ਨੈਗੇਟਿਵ ਲੈਂਦੇ ਆ ਤਾਂ ਆਪਾਂ ਨੂੰ ਮੈਗਨੈਟਿਕ ਫੀਲਡ ਇੰਟੈਂਸਿਟੀ ਦਿੰਦਾ ਤੇ ਇਹ ਨਾਟ ਇਕੁਅਲ J ਵੈਕਟਰ ਨਾਟ ਇਕੁਅਲ ਟੂ 0 ਲਈ ਐਗਜ਼ਿਸਟ ਕਰਦਾ ਹੈ। ਤੇ ਮੈਗਨੈਟਿਕ ਵੈਕਟਰ ਪੋਟੈਂਸ਼ੀਅਲ ਇੱਕ ਐਸਾ ਵੈਕਟਰ ਹੈ ਜਿਸ ਦਾ ਅਗਰ ਆਪਾਂ ਕਰਲ ਲੈਂਦੇ ਆ ਤਾਂ ਆਪਾਂ ਨੂੰ ਮੈਗਨੈਟਿਕ ਫੀਲਡ ਮਿਲਦਾ ਤੇ ਇਹ ਉੱਥੇ ਐਗਜ਼ਿਸਟ ਕਰਦਾ ਜਿੱਥੇ J ਵੈਕਟਰ ਨਾਟ ਇਕੁਅਲ ਟੂ 0 ਹੈ। ਤੇ ਮੈਗਨੈਟਿਕ ਜੋ ਇਲੈਕਟ੍ਰਿਕ ਸਕੇਲਰ ਪੋਟੈਂਸ਼ੀਅਲ ਦੀ ਗੱਲ ਕਰੀਏ ਉਹ ਆਪਣੇ ਕੋਲ ਅਗਰ ਆਪਾਂ E ਵੈਕਟਰ ਡਾਟ D ਵੈਕਟਰ ਕਰਦੇ ਆ ਉੱਥੋਂ ਆਪਣੇ ਕੋਲ ਸਕੇਲਰ ਪੋਟੈਂਸ਼ੀਅਲ ਦੀ ਵੈਲਿਊ ਆਉਂਦੀ ਹੈ। ਜੇ ਆਪਾਂ ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਫਾਈਂਡ ਆਊਟ ਕਰਨਾ ਹੋਵੇ ਤਾਂ ਆਪਾਂ ਮੈਗਨੈਟਿਕ ਫੀਲਡ ਦੀ ਇੰਟੀਗ੍ਰੇਸ਼ਨ ਕਰਾਂਗੇ। ਤੇ ਅਗਰ ਆਪਾਂ A ਵੈਕਟਰ ਦੀ ਵੈਲਿਊ ਦਾ ਐਕਸਪ੍ਰੈਸ਼ਨ ਆਪਾਂ ਇਹ ਫਾਈਂਡ ਆਊਟ ਕੀਤਾ ਹੀ ਹੋਇਆ, ਆਪਾਂ ਮਿਊ ਨੋਟ ਅਪੋਨ 4 ਪਾਈ J ਵੈਕਟਰ dV ਅਪੋਨ R ਇਸ ਦੀ ਇੰਟੀਗ੍ਰੇਸ਼ਨ ਕਰਾਂਗੇ ਅਲੋਂਗ ਓਵਰ ਦੀ ਵੋਲਿਊਮ, ਤਾਂ ਆਪਾਂ ਨੂੰ ਇੱਥੋਂ A ਵੈਕਟਰ ਦੀ ਵੈਲਿਊ ਮਿਲੇਗੀ। ਯੂਨਿਟਸ ਦੀ ਗੱਲ ਕਰੀਏ ਇਸ ਦੇ ਯੂਨਿਟਸ ਵੋਲਟ ਹੁੰਦੇ ਨੇ, ਆਪਾਂ ਬਹੁਤ ਵਾਰ ਡਿਸਕਸ ਕੀਤਾ ਹੈ। ਮੈਗਨੈਟਿਕ ਸਕੇਲਰ ਪੋਟੈਂਸ਼ੀਅਲ ਦੇ ਯੂਨਿਟਸ ਵੀ ਆਪਾਂ ਡਿਸਕਸ ਕਰ ਚੁੱਕੇ ਐਂਪੀਅਰ ਹੁੰਦੇ ਨੇ। ਅਗਰ ਆਪਾਂ ਮੈਗਨੈਟਿਕ ਵੈਕਟਰ ਪੋਟੈਂਸ਼ੀਅਲ ਦੀ ਗੱਲ ਕਰੀਏ ਤਾਂ ਇਸ ਦੇ ਯੂਨਿਟਸ ਹੁੰਦੇ ਨੇ ਜਾਂ ਫਿਰ ਟੈਸਲਾ ਮੀਟਰ, ਵੈਬਰ ਪਰ ਮੀਟਰ ਔਰ ਨਿਊਟਨ ਪਰ ਐਂਪੀਅਰ। ਇਹ ਆਪਣੇ ਕੋਲ ਯੂਨਿਟਸ ਹੁੰਦੇ ਨੇ ਮੈਗਨੈਟਿਕ ਵੈਕਟਰ ਪੋਟੈਂਸ਼ੀਅਲ ਦੀ। ਤਾਂ ਇਹ ਟੇਬਲ ਇੰਪੋਰਟੈਂਟ ਹੈ, ਇਸ ਦੇ ਵਿੱਚ ਸਾਰੇ ਜੋ ਮੇਨ ਫਾਰਮੂਲਾਜ਼ ਨੇ ਉਹ ਮੈਂ ਸਮ ਅਪ ਕੀਤੇ ਨੇ। ਯੂ ਕੈਨ ਨੋਟ ਡਾਊਨ these points, these are very important points from the exam point of view।
नेक्स्ट टॉपिक है इलेक्ट्रोमैग्नेटिक फील्ड टेंसर। इलेक्ट्रोमैग्नेटिक फील्ड टेंसर एक ऐसा मैथमेटिकल फॉर्मूला है, एक ऐसा मैथमेटिकल ऑब्जेक्ट है जो इलेक्ट्रोमैग्नेटिक फील्ड है उसਨੂੰ स्पेस टाइम डायमेंशनस ਦੇ ਵਿੱਚ ਰਿਪਰੈਜ਼ੈਂਟ ਕਰਦਾ ਹੈ, उसਨੂੰ स्पेस टाइम डायमेंशनस ਦੇ ਵਿੱਚ डिफाइन करता है। स्पेस ਦੇ ਆਪਣੇ ਕੋਲ 3 ਕੋਆਰਡੀਨੇਟਸ ਹੁੰਦੇ ਆ x y z ਜਾਂ ਫਿਰ ਆਪਾਂ x1 y x2 x3 ਲੈ ਲੈਂਦੇ ਆ ਤੇ ਨਾਲ ਉਹਦੇ ਵਿੱਚ 4th ਕੋਆਰਡੀਨੇਟ ਆ ਜਾਂਦਾ ਹੈ ਟਾਈਮ। ਤਾਂ ਸਪੇਸ ਟਾਈਮ ਕੋਆਰਡੀਨੇਟਸ ਦੇ ਵਿੱਚ ਰਿਪਰੈਜ਼ੈਂਟ ਕਰਦਾ ਹੈ ਜੋ ਫਾਰਮੂਲਾ ਆਪਣੇ ਕੋਲ ਇਲੈਕਟ੍ਰੋਮੈਗਨੈਟਿਕ ਫੀਲਡ ਨੂੰ, ਉਸਨੂੰ ਆਪਾਂ ਕਹਿੰਦੇ ਆ ਇਲੈਕਟ੍ਰੋਮੈਗਨੈਟਿਕ ਫੀਲਡ ਟੈਂਸਰ। ਮੀਨਸ ਇਹ 4 ਡਾਇਮੈਂਸ਼ਨਲ ਸਪੇਸ ਦੇ ਵਿੱਚ ਰਿਪਰੈਜ਼ੈਂਟ ਕਰਦਾ ਹੈ ਇਲੈਕਟ੍ਰੋਮੈਗਨੈਟਿਕ ਫੀਲਡ ਨੂੰ। ਇਲੈਕਟ੍ਰੋਮੈਗਨੈਟਿਕ ਫੀਲਡ ਤਾਂ ਸਭ ਨੂੰ ਕਲੀਅਰ ਹੀ ਹੈ ਕਿ ਜਿਸ ਦੇ ਵਿੱਚ ਇਲੈਕਟ੍ਰਿਕ ਫੀਲਡ ਤੇ ਮੈਗਨੈਟਿਕ ਫੀਲਡ ਆਪਣੇ ਕੋਲ ਦੋਨੋਂ ਐਗਜ਼ਿਸਟ ਕਰਦੇ ਨੇ। ਤਾਂ ਇਸ ਨੂੰ ਅਗਰ 4 ਡਾਇਮੈਂਸ਼ਨਲ ਸਪੇਸ ਦੇ ਵਿੱਚ ਆਪਾਂ ਰਿਪਰੈਜ਼ੈਂਟ ਕਰੀਏ ਉਸ ਮੈਥਮੈਟਿਕਲ ਫਾਰਮੂਲਾ ਨੂੰ ਤਾਂ ਉਸਨੂੰ ਆਪਾਂ ਕਹਿੰਦੇ ਆ ਇਲੈਕਟ੍ਰੋਮੈਗਨੈਟਿਕ ਫੀਲਡ ਟੈਂਸਰ। ਤੇ ਇਹਨੂੰ ਕਿਹਨੇ ਫਾਰਮੂਲੇਟ ਕੀਤਾ ਸੀ? ਮਿਨਕੋਸਕੀ ਨੇ 4 ਡਾਇਮੈਂਸ਼ਨਲ ਸਪੇਸ ਨੂੰ। ਤੇ ਆਪਣੇ ਕੋਲ ਜੋ ਮੈਗਨੈਟਿਕ ਫੀਲਡ ਟੈਂਸਰ ਹੈ ਇਹਨੂੰ ਡਿਨੋਟ ਕਾਦੇ ਨਾਲ ਕਰਦੇ ਆ ਆਪਾਂ? ਐਫ ਨਿਊ ਮਿਊ ਨਾਲ। ਐਫ ਨਿਊ ਮਿਊ ਨਾਲ ਆਪਾਂ ਇਸ ਨੂੰ ਡਿਨੋਟ ਕਰ ਰਹੇ ਆ। ਤੇ ਐਫ ਨਿਊ ਮਿਊ ਦਾ ਜੋ ਫਾਰਮੂਲਾ ਹੁੰਦਾ ਉਹ ਹੁੰਦਾ ਕਰਲੀ ਏ ਨਿਊ ਅਪੋਨ ਕਰਲੀ ਐਕਸ ਮਿਊ ਮਾਈਨਸ ਕਰਲੀ ਏ ਮਿਊ ਅਪੋਨ ਕਰਲੀ ਐਕਸ ਨਿਊ। ਜੋ ਏ ਹੈ ਇਹ ਆਪਣੇ ਕੋਲ ਮੈਗਨੈਟਿਕ ਵੈਕਟਰ ਪੋਟੈਂਸ਼ੀਅਲ ਨੂੰ ਰਿਪਰੈਜ਼ੈਂਟ ਕਰਦਾ ਹੈ। ਇਸ ਨੂੰ ਆਪਾਂ ਇਸ ਫਾਰਮ 'ਚ ਵੀ ਲਿਖ ਸਕਦੇ ਹਾਂ ਐਫ ਮਿਊ ਨਿਊ ਇਜ਼ ਇਕੁਅਲ ਟੂ ਕਰਲੀ ਮਿਊ ਏ ਨਿਊ ਮਾਈਨਸ ਕਰਲੀ ਨਿਊ ਏ ਮਿਊ। ਮਤਲਬ ਜਦੋਂ ਆਪਾਂ ਡੈਰੀਵੇਸ਼ਨ ਵਿਦ ਰਿਸਪੈਕਟ ਟੂ ਮਿਊ ਵਾਲੇ ਵੇਰੀਏਬਲ ਦੇ ਲੈ ਰਹੇ ਹਾਂ ਜਿਵੇਂ ਕਰਲੀ ਬਾਏ ਕਰਲੀ x1 ਤਾਂ ਇੱਥੇ ਆਪਣੇ ਕੋਲ x1 ਨਹੀਂ ਹੋਏਗਾ, x2 a1 ਨਹੀਂ ਹੋਏਗਾ, a2 a3 ਕੁਝ ਵੀ ਹੋਏਗਾ। ਤਾਂ ਇਹ ਆਪਣੇ ਕੋਲ ਹੁੰਦਾ ਮੈਗਨੈਟਿਕ ਫੀਲਡ ਟੈਂਸਰ। ਇਸ ਦੀ ਆਪਾਂ ਮੈਟ੍ਰਿਕਸ ਫਾਰਮ ਇਨ ਡਿਟੇਲ ਡਿਸਕਸ ਕਰਾਂਗੇ, ਮਤਲਬ ਇਹ ਪੂਰਾ ਜੋ ਮੈਗਨੈਟਿਕ ਫੀਲਡ ਟੈਂਸਰ ਹੈ। ਬਟ ਪਹਿਲਾਂ ਥੋੜਾ ਜਿਹਾ ਕੰਸੈਪਟ ਕਲੀਅਰ ਹੋਣਾ ਚਾਹੀਦਾ ਕਿ ਇਹ ਇੱਕ ਮੈਥਮੈਟਿਕਲ ਫਾਰਮੂਲਾ ਹੈ ਜੋ ਆਪਣੇ ਕੋਲ ਇਲੈਕਟ੍ਰੋਮੈਗਨੈਟਿਕ ਫੀਲਡ ਨੂੰ ਸਪੇਸ ਟਾਈਮ ਡਾਇਮੈਂਸ਼ਨਸ ਦੇ ਵਿੱਚ ਰਿਪਰੈਜ਼ੈਂਟ ਕਰਦਾ ਹੈ, ਮਤਲਬ 4 ਡਾਇਮੈਂਸ਼ਨਲ ਸਪੇਸ ਦੇ ਵਿੱਚ ਰਿਪਰੈਜ਼ੈਂਟ ਕਰਦਾ ਹੈ ਤੇ ਇਹ ਇਸ ਦਾ ਫਾਰਮੂਲਾ ਹੈ। ਤਾਂ ਹੁਣ ਆਪਾਂ ਮੈਗਨੈਟਿਕ ਫੀਲਡ ਟੈਂਸਰ ਦੀ ਡਿਟੇਲਡ ਡੈਰੀਵੇਸ਼ਨ ਕਰਦੇ ਹਾਂ। ਤਾਂ ਆਪਣੇ ਕੋਲ b ਵੈਕਟਰ ਸਪੋਜ਼ ਆਪਣੇ ਕੋਲ b1 i ਕੈਪ ਪਲਸ b2 j ਕੈਪ ਪਲਸ b3 k ਕੈਪ ਐਂਡ a ਵੈਕਟਰ ਇਜ਼ ਇਕੁਅਲ ਟੂ a1 i ਕੈਪ ਪਲਸ a2 j ਕੈਪ ਐਂਡ a ਪਲਸ a3 k ਕੈਪ। ਵੈਸੇ ਸਭ ਨੂੰ ਪਤਾ ਹੈ ਕਿ b ਮੈਗਨੈਟਿਕ ਫੀਲਡ ਨੂੰ ਰਿਪਰੈਜ਼ੈਂਟ ਕਰ ਰਿਹਾ ਤੇ ਜੋ a ਹੈ ਉਹ ਮੈਗਨੈਟਿਕ ਵੈਕਟਰ ਪੋਟੈਂਸ਼ੀਅਲ ਨੂੰ ਰਿਪਰੈਜ਼ੈਂਟ ਕਰਦਾ ਹੈ। ਆਪਣੇ ਕੋਲ ਜੋ ਇਲੈਕਟ੍ਰਿਕ ਫੀਲਡ ਹੁੰਦਾ ਅਗਰ ਆਪਾਂ ਇਕੱਲੇ ਇਲੈਕਟ੍ਰਿਕ ਫੀਲਡ ਦੇ ਵਿੱਚ ਹੀ ਗੱਲ ਕਰੀਏ, ਮਤਲਬ ਉੱਥੇ ਆਪਣੇ ਕੋਲ ਮੈਗਨੈਟਿਕ ਫੀਲਡ ਨਾ ਹੋਵੇ ਤਾਂ E ਵੈਕਟਰ ਇਜ਼ ਇਕੁਅਲ ਟੂ ਮਾਈਨਸ ਡੈਲ ਆਫ VO ਹੀ ਹੁੰਦਾ। ਮਤਲਬ ਆਪਣੇ ਕੋਲ ਉੱਥੇ ਸਿਰਫ ਆਪਾਂ ਸਕੇਲਰ ਪੋਟੈਂਸ਼ੀਅਲ ਹੀ ਲੈ ਕੇ ਚੱਲਦੇ ਹਾਂ। ਬਟ ਅਗਰ ਆਪਾਂ ਇਲੈਕਟ੍ਰੋਮੈਗਨੈਟਿਕ ਫੀਲਡ ਦੀ ਗੱਲ ਕਰੀਏ ਤਾਂ ਉੱਥੇ ਆਪਣੇ ਕੋਲ E ਵੈਕਟਰ ਦਾ ਫਾਰਮੂਲਾ ਹੁੰਦਾ ਮਾਈਨਸ ਡੈਲ ਵੈਕਟਰ 5 ਮਾਈਨਸ ਕਰਲੀ A ਵੈਕਟਰ ਅਪੋਨ ਕਰਲੀ D। ਵਾਟ ਇਜ਼ 5 ਇਜ਼ ਸਕੇਲਰ ਪੋਟੈਂਸ਼ੀਅਲ, ਵਾਟ ਇਜ਼ A ਇਜ਼ ਵੈਕਟਰ ਪੋਟੈਂਸ਼ੀਅਲ। B ਵੈਕਟਰ ਡੈਲ ਕ੍ਰੋਸ A ਦੇ ਇਕੁਅਲ ਹੁੰਦਾ ਹੈ। ਇਹ ਵੀ ਆਪਾਂ ਹੁਣੇ ਡਿਸਕਸ ਕਰਕੇ ਆਏ ਹਾਂ ਬਿਕੋਜ਼ A ਵੈਕਟਰ ਉਹ ਪੋਟੈਂਸ਼ੀਅਲ ਉਹ ਵੈਲਿਊ ਹੁੰਦੀ ਹੈ, ਉਹ ਵੈਕਟਰ ਹੁੰਦਾ ਹੈ ਜਿਸ ਦਾ ਅਗਰ ਆਪਾਂ ਕਰਲ ਲਈਏ ਤਾਂ ਆਪਾਂ ਨੂੰ ਮੈਗਨੈਟਿਕ ਫੀਲਡ ਦੇਵੇ। ਠੀਕ ਹੈ, ਤਾਂ ਹੁਣ ਅਗਰ ਆਪਾਂ ਦੇਖੀਏ ਇਸ ਦੇ ਵਿੱਚ ਅਗਰ ਆਪਾਂ ਦੇਖੀਏ ਡੈਲ ਵੈਕਟਰ 5 ਮਾਈਨਸ ਕਰਲੀ A ਵੈਕਟਰ ਅਪੋਨ ਕਰਲੀ T। ਅਗਰ ਆਪਾਂ ਇੱਥੋਂ E1 E2 E3 ਇਹਨਾਂ ਦੇ ਵੈਲਿਊਜ਼ ਫਾਈਂਡ ਆਊਟ ਕਰਨੀਆਂ ਹੋਣ ਤਾਂ ਆਪਾਂ ਕਿਵੇਂ ਫਾਈਂਡ ਆਊਟ ਕਰਾਂਗੇ? ਜਦੋਂ ਆਪਾਂ ਕਰਾਂਗੇ E1 ਦੀ ਵੈਲਿਊ ਤਾਂ ਆਪਾਂ ਸਿਰਫ ਫਸਟ ਵਾਲੇ ਕੰਪੋਨੈਂਟਸ ਹੀ ਲਵਾਂਗੇ। ਇੱਥੇ ਆਪਣੇ ਕੋਲ ਡੈਲ ਵੈਕਟਰ ਹੋਏਗਾ ਕਰਲੀ ਬਾय ਕਰਲੀ x1 ਪਲਸ ਕਰਲੀ ਬਾय ਕਰਲੀ x2 ਪਲਸ ਕਰਲੀ ਬਾय ਕਰਲੀ x3। ਜਿਵੇਂ ਆਪਾਂ ਲੈਣੇ ਹੁੰਦੇ ਨਾ ਡੈਲ ਵੈਕਟਰ ਜੋ ਹੁੰਦਾ ਉਹ ਕਾਹਦੇ ਇਕੁਅਲ ਹੁੰਦਾ ਹੈਗਾ? आइटा करली बाय करली x प्लस j कैप करली बाय करली y प्लस k कैप करली बाय करली z। तो आप इत्थे x1 x2 x3 लेके चल रहे हैं y1 XYZ ਦੇ ਪਲੇਸ ਤੇ। ਤਾਂ ਆਪਾਂ ਜਦੋਂ ਫਰਸਟ ਲਵਾਂਗੇ E1 ਉਹ ਕਾਹਦੇ ਇਕੁਅਲ ਹੋਏਗਾ? ਮਾਈਨਸ ਕਰਲੀ 5 ਅਪੋਨ ਕਰਲੀ x1 ਮਾਈਨਸ ਕਰਲੀ A1 ਅਪੋਨ ਕਰਲੀ T। ਤੇ ਹੁਣ ਅਗਰ ਆਪਾਂ ਇਹਨੂੰ ਥੋੜਾ ਰੀਅਰੇਂਜ ਕਰੀਏ, ਆਪਾਂ I ਅਪੋਨ C ਕੱਢੀਏ, ਆਈਟਾ ਅਪੋਨ C फाइंड आउट करिए तो आप की करना है? आप सारे साइड से मतलब दोनों साइड से आइटा अपोन C नाल मल्टीप्लाई करता, इत्थे भी मल्टीप्लाई करता, इस भी मल्टीप्लाई करता ते लेफ्ट हैंड साइड ते भी करता। तो हुण अगर आप देखिए इत्थे जो आइटा अपोन C सी जो अपने कोल आइटा हुंदा है उसनूं आपां -1 अपोन आइटा लिख सकते हैं। तो आपां आइटा नूं की कीता -1 अपोन आइटा लिख लिया। तो इत्थे माइनस माइनस प्लस हो जाएगा, आइटा कित्थे आ जाएगा? नीचे अपने कोल। हुण अगर आपां देखिए जो आइटा अपोन सी है तो कॉन्स्टेंट ही है, तो आपां अगर अंदर भी लिख लिए 5 दे नाल मल्टीप्लाई करके तो कोई प्रॉब्लम नहीं, आपां अंदर 5 नाल मल्टीप्लाई करके लिख लिया। सिमिलरली इत्थे जो आइटा सी है आपां इसनूं भी टी नाल मल्टीप्लाई करके लिख लिया बिकॉज ये की है अपने कोल कॉन्स्टेंट ही है। ते हुण अगर आपां इस दे विच गल करिए जो अपने कोल आइटा 5 अपोन सी है
ਇਸ ਨੂੰ ਆਪਾਂ ਮੰਨ ਕੇ ਚੱਲਦੇ ਆ A4 ਤੇ ਜੋ ਆਪਣੇ ਕੋਲ ਆਇਟਾ CTC ਇਸ ਨੂੰ ਆਪਾਂ ਮੰਨ ਕੇ ਚੱਲਦੇ ਆ X4 ਤਾਂ ਆਪਣੇ ਕੋਲ ਕੀ ਬਣ ਗਿਆ ਮਾਈਨਸ ਕਰ ਲਈ A4 ਅਪੋਨ ਕਰ ਲਈ X1 ਪਲੱਸ ਕਰ ਲਈ A1 ਅਪੋਨ ਕਰ ਲਈ X4 ਤਾਂ ਇਹ ਤਾਂ ਆਪਣੇ ਕੋਲ ਫਸਟ ਦੇ ਕੋਰੈਸਪੋਂਡਿੰਗ ਹੈ ਮੀਨਸ ਅਗਰ ਆਪਾਂ 1 ਪੁੱਟ ਕੀਤਾ ਸੀ ਅਗਰ ਆਪਾਂ ਸੈਕਿੰਡ ਕੱਢੀਏ ਤਾਂ ਆਪਾਂ ਇੱਥੇ ਸਿਰਫ चेंज करांगे जिथे जिथे A1 है ਜਾਂ जिथे जिथे X1 है ਉੱਥੇ ਉੱਥੇ ਆਪਾਂ A2 ਤੇ X2 ਲਗਾ ਦਾਂਗੇ ਸਿਮਿਲਰਲੀ ਆਇਟਾ E3 ਅਪੋਨ C ਦੀ ਵੈਲਿਊ ਵੀ ਆਪਣੇ ਕੋਲ ਆ ਜਾਏਗੀ ਤਾਂ ਇਹ ਆਇਟਾ E1 ਅਪੋਨ C ਆਇਟਾ E2 ਅਪੋਨ C ਆਇਟਾ E3 ਅਪੋਨ C ਇਹ ਆਪਣੇ ਕੋਲ ਤਿੰਨ ਜੋ ਇਕੁਏਸ਼ਨਸ ਨੇ ਉਹ ਆ ਗਈਆਂ ਇਹਨਾਂ ਦੀ ਜ਼ਰੂਰਤ ਕੀ ਹੈ ਆਪਾਂ ਕਰ ਕਿਉਂ ਰਹੇ ਹਾਂ ਕਿਉਂਕਿ ਆਪਾਂ ਨੇ ਜੋ ਆਪਾਂ ਡਿਸਕਸ ਕੀਤਾ ਹੁਣ ਇਲੈਕਟ੍ਰੋਮੈਗਨੈਟਿਕ ਫੀਲਡ ਟੈਂਸਰ ਉਸ ਦੀ ਮੈਟ੍ਰਿਕਸ ਫਾਰਮ ਲਿਖਾਂਗੇ ਜਿੱਥੇ ਆਪਾਂ ਨੂੰ ਇਸ ਦੀ ਜ਼ਰੂਰਤ ਪਏਗੀ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਇੱਕ ਹੋਰ ਇਕੁਏਸ਼ਨ ਲਿਖੀ ਸੀ B ਵੈਕਟਰ ਇਜ਼ ਇਕੁਅਲ ਟੂ ਡੈਲ ਕ੍ਰੋਸ A ਡੈਲ ਨੂੰ ਆਪਾਂ ਕਰਲੀ ਬਾਈ ਕਰ ਲਈ X1 ਕਰਲੀ ਬਾਈ ਕਰ ਲਈ X2 ਕਰਲੀ ਬਾਈ ਕਰ ਲਈ X3 ਲਿਖ ਲਿਆ A ਵੈਕਟਰ ਨੂੰ A1 A2 A3 ਤੇ ਆਪਾਂ ਇਹਨੂੰ ਸੋਲਵ ਕੀਤਾ ਇਸ ਦੇ ਵਿੱਚ ਕ੍ਰੋਸ ਮਲਟੀਪਲਾਈ ਜੋ ਕਰਕੇ ਆਪਾਂ B1 B2 B3 ਕੱਢ ਲਿਆ ਬਿਕੋਜ਼ ਆਪਣੇ ਕੋਲ ਡੈਲ ਕ੍ਰੋਸ A B ਵੈਕਟਰ ਦੇ ਇਕੁਅਲ ਹੈ ਤਾਂ B1 ਦੀ ਵੈਲਿਊ ਜਦੋਂ ਫਾਈਂਡ ਆਊਟ ਕਰਾਂਗੇ ਤਾਂ ਕਰ ਲਈ A3 ਅਪੋਨ ਕਰ ਲਈ X2 ਮਾਈਨਸ ਕਰ ਲਈ X3 ਅਪੋਨ ਕਰ ਲਈ X3 ਆਫ A2 ਲਵਾਂਗੇ मीनस आप क्रॉस प्रोडक्ट ही कर रहे हैं बस जो आई कैप आप इस वाले कॉलम ਨੂੰ ਛੱਡ ਦਾਂਗੇ इस रो ਨੂੰ ਛੱਡ ਦਾਂਗੇ ਕੀ ਆ ਜਾਏਗਾ ਆਪਣੇ ਕੋਲ ਕਰਲੀ A3 ਬਾਈ ਕਰਲੀ X2 ਮਾਈਨਸ ਕਰਲੀ A2 ਬਾਈ X3 ਸਿਮਿਲਰਲੀ ਜਦੋਂ ਆਪਾਂ B2 ਲੈਣਾ ਆਪਾਂ ਇਹ ਵਾਲਾ ਕਾਲਮ ਤੇ ਇਹ रो ਛੱਡ ਦਾਂਗੇ ਸਿਮਿਲਰਲੀ ਜਦੋਂ ਆਪਾਂ B3 ਲੈਣਾ ਤਾਂ ਇਹ ਕਾਲਮ ਤੇ ਇਹ रो ਸਕਿਪ ਕਰ ਦਾਂਗੇ B1 B2 B3 ਵੀ ਆ ਗਿਆ ਆਪਣੇ ਕੋਲ ਹੁਣ ਆਪਾਂ ਡਿਸਕਸ ਕਰਕੇ ਆਏ ਆ ਕਿ ਜੋ ਆਪਣੇ ਕੋਲ ਮੈਗਨੈਟਿਕ ਫੀਲਡ ਟੈਂਸਰ ਹੈ ਉਹ ਆਪਣੇ ਕੋਲ ਕਿਸ ਦੇ ਇਕੁਅਲ ਹੁੰਦਾ ਹੈ ਕਰਲੀ ਮਿਊ A ਨਿਊ ਮਾਈਨਸ ਕਰਲੀ ਨਿਊ A ਮਿਊ ਹੁਣ ਇਹ ਆਪਣੇ ਕੋਲ ਇੱਕ ਮੈਟ੍ਰਿਕਸ ਦੀ ਫਾਰਮ ਦੇ ਵਿੱਚ ਲਿਖੀ ਹੈ ਜਦੋਂ ਕਿਉਂਕਿ ਇਹ 4 ਡਾਈਮੈਂਸ਼ਨਲ ਸਪੇਸ ਹੈ ਤਾਂ ਆਪਣੇ ਕੋਲ ਮਿਊ ਤੇ ਨਿਊ ਦੀ ਵੈਲਿਊ 1 ਤੋਂ ਲੈ ਕੇ 4 ਤੱਕ ਵੇਰੀ ਕਰੂਗੀ ਤਾਂ ਜਦੋਂ ਇਹਦੀ ਮੈਟ੍ਰਿਕਸ ਫਾਰਮ ਲਿਖਾਂਗੇ ਤਾਂ ਟੋਟਲ 16 ਐਲੀਮੈਂਟਸ ਹੋਣਗੇ 16 ਐਲੀਮੈਂਟਸ ਕਿਸ ਤਰੀਕੇ ਨਾਲ ਪਲੇਸ ਕਰਦੇ ਹੁੰਨੇ ਆ ਆਪਾਂ ਫਰਸਟ ਰੋ ਦੇ ਵਿੱਚ ਫਰਸਟ F11 F12 F13 F14 ਸਿਮਿਲਰਲੀ ਆਪਣੇ ਕੋਲ ਇਸ ਤਰੀਕੇ ਨਾਲ 4 रोज बन जाएंगे ठीक है जो F11 ਤੇ F22 F33 F44 ਇਹ ਸਾਰੇ 0 ਹੋ ਜਾਣਗੇ ਬਿਕੋਜ਼ ਅਗਰ ਆਪਾਂ 1 1 ਪੁੱਟ ਕਰੀਏ ਇੱਥੇ ਕੀ ਆ ਜਾਏਗਾ ਕਰਲੀ 1 A1 माइनस करली 1 A1 सेम हो गया कट गया सिमिलरली 2 2 पुट करांगे 3 3 पुट करांगे वो अपने कोल की बन जाएंगे 0 तो आता चारों एलिमेंट्स 0 हो गए हुण अगर आप गल करिए F12 फाइंड आउट करने आप F12 मीनस अपने कोल म्यू 1 है न्यू 2 है तो इत्थे की आ जाएगा करली 2 A इत्थे अपने कोल की आ जाएगा 1 2 म्यू 1 न्यू 2 तो इत्थे की आ जाएगा करली 1 A2 माइनस करली 2 A1 ਤਾਂ ਦੇਖੋ ਆਪਣੇ ਕੋਲ ਕਰਲੀ 1 A2 ਮਾਈਨਸ ਕਰਲੀ 2 A1 ਉਹ ਆਪਣੇ ਕੋਲ ਇੱਥੋਂ ਵੈਲਿਊ ਆ ਜਾਏਗੀ ਉਸ ਦੀ B3 ਸਿਮਿਲਰਲੀ ਆਪਾਂ ਸਾਰੀਆਂ ਵੈਲਿਊਜ਼ ਫਾਈਂਡ ਆਊਟ ਕਰ ਲਾਂਗੇ F12 F21 F31 F13 F14 F41 ਸਾਰੀਆਂ ਵੈਲਿਊਜ਼ ਆਪਾਂ ਇੱਥੇ ਫਾਈਂਡ ਆਊਟ ਕੀਤੀਆਂ ਹੋਈਆਂ ਨੇ ਤਾਂ ਉਹ ਸਾਰੀਆਂ ਵੈਲਿਊਜ਼ ਆਪਾਂ ਕੋਰੈਸਪੋਂਡਿੰਗਲੀ ਇਸ ਦੇ ਵਿੱਚ ਪੁੱਟ ਕਰ ਦਾਂਗੇ ਤਾਂ ਇਹ ਆਪਣੇ ਕੋਲ ਕੀ ਆ ਜਾਏਗਾ F म्यू न्यू दैट इज इलैक्ट्रोमैग्नेटिक फील्ड टेंसर ये अपने कोल ओदी मैट्रिक्स फॉर्म है तो क्लीयर हो गया हुंदा की है ते ओदी मैट्रिक्स फॉर्म की है एलिमेंट्स आपां किवें फाइंड आउट कर सकते हैं तो ये अपने कोल कांसैप्ट है जो क्लीयर होना चाहिए कंप्लीटली नेक्स्ट टॉपिक है मैक्सवेल्स इक्वेशंस इन कोवेरिएंट फॉर्म और कोवेरिएंस ऑफ मैक्सवेल्स इक्वेशंस एक्चुअल दे विच आपां की करांगे आपां जो मैक्सवेल्स इक्वेशंस आपां डिस्कस कीतियां सी अपनी प्रीवियस क्लास दे विच आपां उन्हां इक्वेशंस नू मैग्नेटिक जो इलैक्ट्रोमैग्नेटिक फील्ड टेंसर है उसी फॉर्म दे विच डिस्कस करांगे ते जो इलैक्ट्रोमैग्नेटिक फील्ड टेंसर है वो अपने कोल जो स्पेस टाइम डायमेंशंस हुंदे ने उन्हां दे अंडर कोवेरिएंट हुंदा है तां अपने कोल जो मैक्सवेल्स इक्वेशंस हो गईयां वो भी कोवेरिएंट हो जाणगीयां तो आप डिस्कस करांगे कोवेरिएंट फॉर्म ऑफ मैक्सवेल्स इक्वेशन और वी कैन सिंपली से वी विल डिस्कस कोवेरिएंस ऑफ मैक्सवेल्स इक्वेशंस तो ये अपने कोल 4 मैक्सवेल्स इक्वेशंस ने जो आप अपनी प्रीवियस क्लास दे विच डिस्कस कीता सी डेल वेक्टर डॉट ई वेक्टर इज इक्वल टू रो अपॉन एप्सिलॉन नॉट डेल वेक्टर डॉट बी वेक्टर इज इक्वल टू 0 डेल क्रॉस ई इज इक्वल टू माइनस करली बी वेक्टर अपॉन करली टी एंड डेल क्रॉस बी वेक्टर इज इक्वल टू म्यू नॉट एप्सिलॉन नॉट करली ई वेक्टर अपॉन करली टी प्लस जे वेक्टर जो अपने कोल एक कांसेप्ट से जो कल डिस्कस करना रह गया सी कि जो म्यू नॉट एप्सिलॉन नॉट है वो 1/c² ਦੇ ਇਕੁਅਲ ਹੀ ਹੁੰਦਾ ਕਈ ਵਾਰੀ म्यू नॉट एप्सिलॉन नॉट ਦੀ ਜਗ੍ਹਾ ਤੇ 1/c² ਲਿਖਿਆ ਹੋਵੇ ਤਾਂ ਉਹੀ ਚੀਜ਼ ਹੁੰਦੀ ਹੈ ਅਗਰ ਆਪਾਂ ਕਿਸੇ ਪਾਰਟਿਕੂਲਰ ਮੀਡੀਅਮ ਦੀ ਗੱਲ ਕਰੀਏ ਤਾਂ ਆਪਾਂ ਇੱਥੇ 1/v² ਲਿਖ ਲਾਂਗੇ ਬਿਕੋਜ਼ ਆਪਣੇ ਕੋਲ ਉੱਥੇ ਫਿਰ ਆਪਣੇ ਕੋਲ ਸਪੀਡ ਆਫ ਲਾਈਟ ਇਨ ਵੈਕਿਊਮ ਵਾਲੀ ਨਹੀਂ ਲੈ ਕੇ ਚੱਲਾਂਗੇ ਆਪਾਂ ਉਸ ਪਾਰਟਿਕੂਲਰ ਮੀਡੀਅਮ ਦੇ ਕੋਰੈਸਪੋਂਡਿੰਗ ਵਾਲੀ ਹੀ ਸਪੀਡ ਲੈ ਕੇ ਚੱਲਾਂਗੇ
ठीक है। तो अपने कोल जो फोर्थ इक्वेशन है, फोर्थ इक्वेशन जिसनों ਆਪਾਂ ਗੌਸ ਲॉ ਕਹਿੰਦੇ ਆ, फोर्थ इक्वेशन अपने ਕੋਲ ਇਹ ਹੈ ਮਿਊ ਨੋਟ ਐਪਸਾਈਲਨ ਨੋਟ ਨੂੰ ਆਪਾਂ 1/c² ਲਿਖ ਲਿਆ ਤਾਂ ਇਹ ਆਪਣੇ ਕੋਲ ਫਾਰਮ ਬਣ ਗਈ। ਹੁਣ ਇਸ ਨੂੰ ਆਪਾਂ ਜਦੋਂ ਕੋਵੇਰੀਐਂਟ ਫਾਰਮ ਦੇ ਵਿੱਚ ਲਿਖਾਂਗੇ ਤਾਂ ਉਸੇ ਸਟੈਪ ਬਾਈ ਸਟੈਪ ਦੇਖੋ ਕਿਵੇਂ ਕਰਨਾ ਹੈ। ਸਭ ਤੋਂ ਪਹਿਲਾਂ ਆਪਾਂ ਕੀ ਕਰ ਰਹੇ ਆ, ਆਪਾਂ ਇਸ ਨੂੰ ਜੋ ਇਹ ਆਇਟਾ ਨਾਲ ਮਲਟੀਪਲਾਈ ਕੀਤਾ, ਆਇਟਾ ਨਾਲ ਡਿਵਾਈਡ ਕੀਤਾ। ਜੋ ਆਇਟਾ ਨਾਲ ਮਲਟੀਪਲਾਈ ਕੀਤਾ ਉਹ ਤਾਂ ਇੱਥੇ ਉੱਪਰ ਹੀ ਪਿਆ। ਇੱਕ ਸੀ ਨੂੰ ਆਪਾਂ ਈ ਵੈਕਟਰ ਅਪੋਨ ਸੀ ਇਸ ਤਰੀਕੇ ਨਾਲ ਲਿਖ ਲਿਆ ਤੇ ਇੱਕ ਸੀ ਆਪਣੇ ਕੋਲ ਨੀਚੇ ਹੀ ਹੈ। ਤਾਂ ਜੋ ਇੱਥੇ ਆਇਟਾ ਆਇਆ ਮਲਟੀਪਲਾਈ ਚ ਨੀਚੇ ਤੇ ਜੋ ਸੀ ਬਚਿਆ ਉਸ ਨੂੰ ਆਪਾਂ ਅੰਦਰ ਲੈ ਗਏ, ਆਇਟਾ ਸੀਟੀ ਬਣਾ ਲਿਆ ਤੇ ਇੱਥੇ ਆਪਣੇ ਕੋਲ ਆਇਟਾ ਨੂੰ ਵੀ ਆਪਾਂ ਅੰਦਰ ਹੀ ਲਿਆ ਤਾਂ ਆਪਣੇ ਕੋਲ ਇੱਥੇ ਕੀ ਆ ਗਿਆ, ਕਰਲੀ ਆਇਟਾ ਈ ਵੈਕਟਰ ਅਪੋਨ ਸੀ। ਰੀਅਰੇਂਜਮੈਂਟਸ ਨੇ ਇਸ ਦੇ ਵਿੱਚ, ਥੋੜਾ ਜਿਹਾ ਬਸ ਕਨਸੈਪਟ ਸਮਝਣਾ, ਉਸ ਤੋਂ ਬਾਅਦ ਆਪਾਂ ਨੂੰ ਇਕੁਏਸ਼ਨਸ ਯਾਦ ਹੋ ਜਾਣਗੀਆਂ ਈਜ਼ੀਲੀ ਕਿ ਕਿਵੇਂ ਬਣੀਆਂ, ਠੀਕ ਹੈ। ਪਲੱਸ ਮਿਊ ਨੋਟ ਜੇ ਵੈਕਟਰ, ਤਾਂ ਇਹ ਆਪਣੇ ਕੋਲ ਇਕੁਏਸ਼ਨ ਸੀ, ਆਪਾਂ ਕੁਝ ਨਹੀਂ ਹਜੇ ਕੀਤਾ ਇਸ ਦੇ ਵਿੱਚ, ਜਸਟ ਥੋੜਾ ਜਿਹਾ ਇਸ ਨੂੰ ਮੋਡੀਫਾਈ ਕੀਤਾ ਆਇਟਾ ਨਾਲ ਮਲਟੀਪਲਾਈ ਕਰਕੇ, ਆਇਟਾ ਨਾਲ ਡਿਵਾਈਡ ਕਰਕੇ। ਉਸ ਤੋਂ ਬਾਅਦ ਜੋ ਆਪਣੇ ਕੋਲ ਰਾਈਟ ਹੈਂਡ ਸਾਈਡ ਹੈ ਉਸ ਦੇ ਵਿੱਚੋਂ ਜੋ ਇਹ ਵਾਲੀ ਟਰਮ ਹੈ ਈ ਵੈਕਟਰ ਵਾਲੀ, ਇਸ ਨੂੰ ਆਪਾਂ ਲੈਫਟ ਹੈਂਡ ਸਾਈਡ ਤੇ ਲੈ ਕੇ ਮਾਈਨਸ ਦੇ ਵਿੱਚ ਚਲੀ ਗਈ ਤੇ ਆਪਣੇ ਕੋਲ ਉਸ ਤੋਂ ਬਾਅਦ ਇਹਨੂੰ ਆਪਾਂ ਇੱਥੇ ਤੱਕ ਲਿਖ ਲਿਆ। ਉਸ ਤੋਂ ਬਾਅਦ ਆਪਾਂ ਫਰਸਟ ਇਕੁਏਸ਼ਨ ਲੈ ਕੇ ਚੱਲਦੇ ਹਾਂ, ਡੈਲ ਡਾਟ ਈ ਇਜ਼ ਇਕੁਅਲ ਟੂ ਰੋ ਅਪੋਨ ਐਪਸਾਈਲਨ ਨੋਟ, ਜਿਸ ਨੂੰ ਆਪਾਂ ਐਂਪੀਅਰਸ ਲਾਅ ਬੋਲਦੇ ਹਾਂ। ਇਸ ਦੇ ਵਿੱਚ ਵੀ ਆਪਾਂ ਕੀ ਕੀਤਾ, ਦੋਨੋਂ ਸਾਈਡਸ ਤੇ ਜੋ ਲੈਫਟ ਹੈਂਡ ਸਾਈਡ ਤੇ ਰਾਈਟ ਹੈਂਡ ਸਾਈਡ ਦੋਨੋਂ ਸਾਈਡ ਤੇ ਆਇਟਾ ਅਪੋਨ ਸੀ ਨਾਲ ਮਲਟੀਪਲਾਈ ਕਰ ਲਿਆ। ਇੱਥੇ ਆਪਣੇ ਕੋਲ ਜੋ ਲੈਫਟ ਹੈਂਡ ਸਾਈਡ ਹੈ ਇੱਥੇ ਆਇਟਾ ਅਪੋਨ ਸੀ ਨੂੰ ਆਪਾਂ ਅੰਦਰ ਹੀ ਲਿਖ ਲਿਆ ਈ ਵੈਕਟਰ ਨਾਲ ਤੇ ਇਸ ਦੇ ਵਿੱਚ ਆਇਟਾ ਰੋ ਅਪੋਨ ਸੀ ਐਪਸਾਈਲਨ ਨੋਟ, ਠੀਕ ਹੈ। ਤੇ ਇਸ ਦੇ ਵਿੱਚ ਆਪਾਂ ਅੱਗੇ ਕੀ ਕੀਤਾ, ਸੀ² ਨਾਲ ਸੀ ਨਾਲ ਮਲਟੀਪਲਾਈ ਸੀ ਨਾਲ ਡਿਵਾਈਡ ਕਿਉਂ ਕੀਤਾ, ਬਿਕੋਜ਼ ਆਪਾਂ ਨੂੰ ਇਹ ਪਤਾ ਹੈ ਕਿ 1/μ ਨੋਟ ਐਪਸਾਈਲਨ ਨੋਟ ਸੀ² ਦੇ ਇਕੁਅਲ ਹੁੰਦਾ ਹੈ। ਤਾਂ ਆਪਣੇ ਕੋਲ ਜੋ 1/c² ਐਪਸਾਈਲਨ ਨੋਟ ਹੈ ਉਹ ਮਿਊ ਨੋਟ ਦੇ ਇਕੁਅਲ ਹੋ ਜਾਏਗਾ। ਤਾਂ ਇਸ ਨੂੰ ਆਪਾਂ ਸਭ ਨੂੰ ਕੀ ਕਰ ਲਾਂਗੇ, ਮਿਊ ਨੋਟ ਆਇਟਾ ਰੋ ਸੀ। ਤਾਂ ਇਹ ਆਪਣੇ ਕੋਲ ਜੋ ਆਇਟਾ ਰੋ ਸੀ ਹੈ ਇਸ ਨੂੰ ਆਪਾਂ ਲੈ ਕੇ ਚੱਲਦੇ ਹਾਂ ਜੇ ਵੈਕਟਰ, ਜੋ J4, ਠੀਕ ਹੈ। ਜੋ ਆਇਟਾ ਰੋ ਸੀ ਹੈ ਇਸ ਨੂੰ ਆਪਾਂ ਲੈ ਕੇ ਚੱਲਦੇ ਹਾਂ J4 ਤੇ ਹੁਣ ਆਪਾਂ ਕੀ ਕਰਦੇ ਹਾਂ, ਜੋ ਇਕੁਏਸ਼ਨ ਸੀ ਇੱਥੇ ਜੋ ਆਇਟਾ CT ਬਣਿਆ ਸੀ ਇਸ ਨੂੰ ਆਪਾਂ X4 ਲਿਖਿਆ ਸੀ, ਠੀਕ ਹੈ। ਤੇ ਜੋ ਇਹ ਇਕੁਏਸ਼ਨ ਹੈ ਇਸ ਦੇ ਵਿੱਚ ਜੋ ਆਇਟਾ ਰੋ ਸੀ ਹੈ ਇਸ ਨੂੰ ਆਪਾਂ ਲਿਖ ਰਹੇ ਹਾਂ J4। ਇਹ ਆਪਣੀਆਂ ਦੋ ਅਜ਼ੰਪਸ਼ਨਸ ਨੇ ਜੋ ਆਪਾਂ ਲੈ ਕੇ ਚੱਲ ਰਹੇ ਹਾਂ। ਤਾਂ ਇੱਕ ਇਹ ਇਕੁਏਸ਼ਨ ਬਣ ਗਈ, ਇੱਕ ਇਹ ਇਕੁਏਸ਼ਨ ਬਣ ਗਈ। ਹੁਣ ਇਹਦੇ 'ਚ ਅਗਰ ਆਪਾਂ ਕੰਪੋਨੈਂਟ ਫਾਰਮ ਲਿਖੀਏ, ਕੰਪੋਨੈਂਟ ਫਾਰਮ ਮੀਨਸ ਆਪਾਂ ਇਹਨੂੰ ਆਇਟਾ ਜੋ ਆਪਣੇ ਕੋਲ I ਕੈਪ J ਕੈਪ K ਕੈਪ ਵਾਲੇ ਕੰਪੋਨੈਂਟਸ ਨੇ ਅਲੱਗ-ਅਲੱਗ ਕਰ ਲਈਏ, ਠੀਕ ਹੈ। ਤਾਂ ਡੈਲ ਕ੍ਰੋਸ B ਆਪਾਂ ਸੋਲਵ ਕਰਾਂਗੇ ਇਸ ਤਰੀਕੇ ਨਾਲ ਲਿਖ ਕੇ, ਡੈਲ ਕ੍ਰੋਸ B ਆਪਾਂ ਇਸ ਤਰੀਕੇ ਨਾਲ ਲਿਖ ਕੇ ਸੋਲਵ ਕਰਾਂਗੇ। I ਕੈਪ J ਕੈਪ K ਕੈਪ ਇੱਥੇ ਆਪਾਂ ਕੀ ਲੈ ਕੇ ਚੱਲਾਂਗੇ, ਕਰਲੀ ਬਾਈ ਕਰਲੀ x1, ਕਰਲੀ ਬਾਈ ਕਰਲੀ x2, ਕਰਲੀ ਬਾਈ ਕਰਲੀ x3। ਇੱਥੇ ਆਪਾਂ ਲੈ ਕੇ ਚੱਲਾਂਗੇ B1 B2 B3। ਉਸ ਤੋਂ ਬਾਅਦ ਆਪਾਂ ਇਸ ਨੂੰ ਸੋਲਵ ਕਰਾਂਗੇ, ਠੀਕ ਹੈ। ਉਸ ਤੋਂ ਬਾਅਦ ਆਪਾਂ ਇਸ ਨੂੰ ਸੋਲਵ ਕਰਾਂਗੇ ਤਾਂ ਇਹ ਆਪਣੇ ਕੋਲ ਕੰਪੋਨੈਂਟ ਫਾਰਮਸ ਆ ਜਾਣਗੀਆਂ। ਫਰਸਟ ਕੰਪੋਨੈਂਟ ਫਾਰਮ ਆਪਣੇ ਕੋਲ ਇਹ ਆਏਗੀ ਜਦੋਂ ਆਪਾਂ ਸਿਰਫ I ਕੈਪ ਵਾਲਾ ਕੰਪੋਨੈਂਟ ਲੈ ਕੇ ਚੱਲਾਂਗੇ। ਜਦੋਂ I ਕੈਪ ਵਾਲਾ ਲੈ ਕੇ ਚੱਲਾਂਗੇ ਤਾਂ ਇੱਥੇ J ਦਾ ਵੀ ਆਪਾਂ ਸਿਰਫ J1 ਹੀ ਲੈ ਕੇ ਚੱਲਾਂਗੇ। ਤੇ ਸਿਮਿਲਰਲੀ ਆਪਣੇ ਕੋਲ ਸੈਕਿੰਡ ਆ ਜਾਏਗਾ ਜਦੋਂ ਆਪਾਂ J ਕੈਪ ਵਾਲਾ ਲੈ ਕੇ ਚੱਲਾਂਗੇ। ਸਿਮਿਲਰਲੀ ਥਰਡ ਆ ਜਾਏਗਾ ਜਦੋਂ ਆਪਾਂ K ਕੈਪ ਵਾਲਾ ਕੰਪੋਨੈਂਟ ਲੈ ਕੇ ਚੱਲਾਂਗੇ। ਤੇ ਆਪਣੇ ਕੋਲ ਜੋ ਫੋਰਥ ਇਕੁਏਸ਼ਨ ਹੈ, ਫੋਰਥ ਇਕੁਏਸ਼ਨ ਆਪਾਂ ਇਸ ਨੂੰ ਵੀ ਲਿਖ ਲਿਆ। ਇਸ ਨੂੰ ਕੀ ਲਿਖਿਆ, ਡੈਲ ਵੈਕਟਰ ਕਰਲੀ ਬਾਈ ਕਰਲੀ x1 ਪਲੱਸ ਕਰਲੀ ਬਾਈ ਕਰਲੀ x2 ਪਲੱਸ ਕਰਲੀ ਬਾਈ ਕਰਲੀ x3। ਉਸ ਫਾਰਮ ਦੇ ਵਿੱਚ ਆਪਾਂ ਇਸ ਇਕੁਏਸ਼ਨ ਨੂੰ ਵੀ ਲਿਖ ਲਿਆ। ਤਾਂ ਇਹ ਆਪਣੇ ਕੋਲ 4 ਇਕੁਏਸ਼ਨਸ ਨੇ ਜੋ ਬਣ ਗਈਆਂ। ਹਾਂਜੀ, ਜੇ ਹੁਣ ਆਪਾਂ ਇੰਨਾ ਜੋ ਕੰਪੋਨੈਂਟ ਫਾਰਮਸ ਨੇ ਤੇ ਜੋ ਇਹ ਆਪਣੇ ਕੋਲ ਮੈਟ੍ਰਿਕਸ ਹੈ, ਜੋ ਆਪਣੇ ਕੋਲ ਇਲੈਕਟ੍ਰੋਮੈਗਨੈਟਿਕ ਫੀਲਡ ਟੈਂਸਰ ਹੈ, ਅਗਰ ਆਪਾਂ ਇਹਨਾਂ ਨੂੰ ਆਬਜ਼ਰਵ ਕਰੀਏ, ਦੇਖੋ ਦੋਨੋਂ ਤੁਹਾਡੇ ਸਾਹਮਣੇ ਨੇਗੀਆਂ, ਦੋਨੋਂ ਇਕੁਏਸ਼ਨਸ ਵੀ ਮੈਟ੍ਰਿਕਸ ਵੀ। ਜੇ ਤੁਸੀਂ ਫਰਸਟ ਜੋ ਕੰਪੋਨੈਂਟ ਫਾਰਮ ਹੈ ਇਸ ਨੂੰ ਆਬਜ਼ਰਵ ਕਰੋ ਤਾਂ ਇਹ ਫਰਸਟ ਕੰਪੋਨੈਂਟ ਫਾਰਮ ਕੁਝ ਵੀ ਨਹੀਂ ਹੈਗਾ, ਇਹ ਜਸਟ ਇਲੈਕਟ੍ਰੋਮੈਗਨੈਟਿਕ ਫੀਲਡ ਟੈਂਸਰ ਦਾ ਕਰਲ ਦੇ ਇਕੁਅਲ ਹੈ। ਮਤਲਬ ਜਸਟ ਆਪਾਂ ਇਸ ਦਾ ਡੈਰੀਵੇਟਿਵ ਲੈ ਰਹੇ ਹਾਂਗੇ, ਠੀਕ ਹੈ। ਤਾਂ ਆਪਣੇ ਕੋਲ ਇਹ ਗੱਲ ਤਾਂ ਕਲੀਅਰ ਹੋ ਗਈ ਕਿ ਇਹਦੀ ਜਨਰਲ ਫਾਰਮ ਆਪਣੇ ਕੋਲ F μ ਨਿਊ ਹੈ। ਜਨਰਲ ਫਾਰਮ F μ ਨਿਊ ਹੈ ਤੇ ਉਹਦਾ ਨਾਲ ਕੀ ਆ ਰਿਹਾ, ਕਰਲ ਆ ਰਿਹਾ। ਬਟ ਹੁਣ ਕਰਲ ਕਿਸ ਦੇ ਵਿਦ ਰਿਸਪੈਕਟ ਟੂ ਲੈ ਰਹੇ ਹਾਂਗੇ ਆਪਾਂ, ਕਰ F μ ਨਿਊ ਹੈ। ਜਿਵੇਂ ਆਪਾਂ ਫਰਸਟ ਰੋ ਦੀ ਗੱਲ ਕਰੀਏ, ਫਰਸਟ ਰੋ ਨੂੰ ਆਪਾਂ ਰਿਪਰੈਜ਼ੈਂਟ ਕਰਦੇ ਹਾਂ F1 ਨਿਊ ਦੇ ਨਾਲ, ਕਿਉਂਕਿ ਆਪਣੇ ਕੋਲ ਨਿਊ ਵੇਰੀ ਕਰੂਗਾ 1 2 3 4 ਕੁਝ ਵੀ ਹੋ ਸਕਦਾ ਹੈ। ਇੱਥੇ ਤਾਂ ਆਪਣੇ ਕੋਲ 1 ਨਹੀਂ ਹੋਊਗਾ। ਤਾਂ ਜਦੋਂ ਆਪਾਂ ਫਰਸਟ ਇਕੁਏਸ਼ਨ ਦੀ ਗੱਲ ਕਰਦੇ ਹਾਂ ਤਾਂ F μ ਨਿਊ ਦਾ ਡੈਰੀਵੇਟਿਵ ਆਪਾਂ ਵਿਦ ਰਿਸਪੈਕਟ ਟੂ μ ਤਾਂ ਕਿਤੇ ਵੀ ਨਹੀਂ ਲੈ ਰਹੇ, ਮਤਲਬ ਵਿਦ ਰਿਸਪੈਕਟ ਟੂ 1 ਤਾਂ ਨਹੀਂ ਲੈ ਰਹੇ, ਆਪਾਂ ਲੈ ਰਹੇ ਹਾਂ ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ ਨਿਊ, ਮਤਲਬ 2 3 4 ਕਿਸੇ ਦੇ ਵੀ ਵਿਦ ਰਿਸਪੈਕਟ ਟੂ ਹੋ ਸਕਦਾ ਹੈ। ਤੇ ਰਾਈਟ ਹੈਂਡ ਸਾਈਡ ਦੇ ਵਿੱਚ ਆਪਣੇ ਕੋਲ ਕੀ ਆ ਜਾਊਗਾ, μ0 J
म्यू अपने कोल बिकॉज ਆਪਾਂ अगर ਇੱਥੇ फर्स्ट वाले ਦੀ ਗੱਲ ਕਰੀਏ ਤਾਂ J1 ਆ ਜਾਊਗਾ, अगर सैकेंड ਦੀ ਗੱਲ ਕਰੀਏ ਤਾਂ J2 ਆ ਜਾਊਗਾ। ਦੇਖੋ फर्स्ट रो ਦੀ ਗੱਲ ਕਰਦੇ ਆ ਤਾਂ ਨਾਲ ਆਪਣੇ ਕੋਲ J1 ਆ ਜਾਂਦਾ, सैकेंड रो ਦੀ ਗੱਲ ਕਰ ਰਹੇ ਆ ਤਾਂ ਨਾਲ J2 ਆ ਗਿਆ, थर्ड रो ਦੀ ਗੱਲ ਕਰ ਰਹੇ ਆ ਤੇ ਨਾਲ J3 ਆ ਗਿਆ, ਤੇ फोर्थ रो ਦੀ ਗੱਲ ਕਰ ਰਹੇ ਆ ਤਾਂ ਨਾਲ J4 ਆ ਗਿਆ। ਤਾਂ ਜੋ ਆਪਣੇ ਕੋਲ ਇਧਰਲੀ ਸਾਈਡ ਤੇ ਹੋਊਗਾ J म्यू ਹੋਏਗਾ। ਤਾਂ ਇਹਦੀ ਜਨਰਲ ਫਾਰਮ ਹੈ ਜੋ ਆਪਣੇ ਕੋਲ ਕੀ ਬਣ ਜਾਏਗੀ, ਤਾਂ ਜੋ ਆਪਣੇ ਕੋਲ ਗੌਸ ਲॉ ਸੀ ਤੇ ਜੋ ਆਪਣੇ ਕੋਲ ਐਂਪੀਅਰਸ ਲॉ ਸੀ ਉਹਨਾਂ ਦੀ ਜਨਰਲ ਫਾਰਮ ਇਹ ਬਣ ਗਈ ਆਪਣੇ ਕੋਲ, ਜਿਸ ਨੂੰ ਆਪਾਂ ਗੌਸ ਐਂਪੀਅਰ ਲॉ ਕਹਿੰਦੇ ਆ। ਮੈਕਸਵੈਲਸ ਦੀਆਂ ਦੋ ਇਕੁਏਸ਼ਨਸ ਨੂੰ ਮਿਲਾ ਕੇ ਆਪਣੇ ਕੋਲ ਇੱਕ ਸਿੰਗਲ ਕੋਵੇਰੀਐਂਟ ਫਾਰਮ ਬਣਦੀ ਹੈ। ਸਿਮਿਲਰਲੀ ਅਗਰ ਆਪਾਂ ਜੋ ਬਾਕੀ ਦੀਆਂ ਦੋ ਇਕੁਏਸ਼ਨਸ ਰਹਿ ਗਈਆਂ ਸੀ ਡੈਲ ਵੈਕਟਰ ਡਾਟ ਬੀ ਵੈਕਟਰ ਡੈਲ ਕ੍ਰੋਸ E इज इक्वल टू माइनस करली बी वैक्टर अपॉन करली टी, इसनू लैके चलिए, इसनू थोड़ा रीअरेंज करते हैं। जो इधर माइनस दे विच है टर्म उधर प्लस आ जाएगी। अगेन आप आयटा सी नाल मल्टीप्लाई आयटा सी नाल डिवाइड। हुण तां सबनू थोड़े थोड़े कॉन्सैप्ट्स क्लीयर ने भी। आप आयटा सी टी नू एक्स दी पावर x4 लैके चले सी, उवें ही आप पुट कर दांगे। फिर आप पूरी इक्वेशन नू आयटा सी नाल डिवाइड कर लिया, ते जदों आयटा सी नाल डिवाइड किया 1 ओवर आयटा माइनस आयटा दे इक्वल हुंदा उपर चला गया, माइनस आयटा बन के ते अपने कोल आ गया। ठीक है, उस तो बाद अगर ਆਪਾਂ ਕਹੀਏ ਕਿ ਇਸ ਨੂੰ ਆਪਾਂ ਕੰਪੋਨੈਂਟ ਫਾਰਮ ਦੇ ਵਿੱਚ ਲਿਖਾਂਗੇ, ਅਗੇਨ ਉਵੇਂ ਡੈਲ ਕ੍ਰੋਸ ਮਾਈਨਸ ਆਇਟਾ ਈ ਵੈਕਟਰ ਅਪੋਨ ਸੀ, ਈ ਵੈਕਟਰ ਦੀ ਪਲੇਸ ਤੇ ਆਪਾਂ ਈ ਐਕਸ ਈ ਵਾਈ ਈ ਜ਼ੈਡ ਲਿਖ ਕੇ ਕੰਪੋਨੈਂਟਸ ਬਣਾ ਲਏ, ਇਸ ਦੀ ਕ੍ਰੋਸ ਪ੍ਰੋਡਕਟ ਕੀਤੀ ਤਾਂ ਅਗੇਨ ਆਪਣੇ ਕੋਲ ਕੰਪੋਨੈਂਟਸ ਫਾਰਮ ਫਰਸਟ ਕੰਪੋਨੈਂਟ ਇਹ ਆ ਜਾਏਗਾ, ਸੈਕੰਡ ਕੰਪੋਨੈਂਟ ਇਹ ਤੇ ਥਰਡ ਕੰਪੋਨੈਂਟ ਇਹ। ਇਸ ਨੂੰ ਆਪਾਂ ਲਿਖ ਸਕਦੇ ਹਾਂ ਹੁਣ ਕੰਪੋਨੈਂਟ ਫਾਰਮ ਦੇ ਵਿੱਚ। ਤੇ ਜੋ ਆਪਣੇ ਕੋਲ ਸੈਕੰਡ ਵਾਲੀ ਜੋ ਆਪਣੇ ਕੋਲ ਇਹ ਫਰਸਟ ਇਕੁਏਸ਼ਨ ਸੀ ਡੈਲ ਡਾਟ ਬੀ, ਉਸ ਨੂੰ ਵੀ ਆਪਾਂ ਕੰਪੋਨੈਂਟ ਫਾਰਮ ਦੇ ਵਿੱਚ ਲਿਖ ਲਿਆ। ਠੀਕ ਹੈ, ਤਾਂ ਅਗਰ ਆਪਾਂ ਜਿਵੇਂ ਫਰਸਟ ਇਕੁਏਸ਼ਨ ਦੇਖੀਏ, ਜਦੋਂ ਆਪਾਂ ਫਰਸਟ ਇਕੁਏਸ਼ਨ ਨੂੰ ਆਬਜ਼ਰਵ ਕਰੀਏ ਤਾਂ ਜੋ ਆਪਣੇ ਕੋਲ ਇਲੈਕਟ੍ਰੋਮੈਗਨੈਟਿਕ ਫੀਲਡ ਟੈਂਸਰ ਦੀ ਜੋ ਮੈਟ੍ਰਿਕਸ ਫਾਈਂਡ ਆਊਟ ਕੀਤੀ ਸੀ, ਆਇਟਾ E3 ਅਪੋਨ ਸੀ ਉਹਦੇ ਵਿੱਚ F43 ਦੇ ਇਕੁਅਲ ਹੈ, ਆਇਟਾ E2 ਅਪੋਨ ਸੀ F42 ਦੇ ਇਕੁਅਲ ਹੈ, ਤੇ ਆਪਣੇ ਕੋਲ B1 ਹੈ ਜੋ F23 ਦੇ ਇਕੁਅਲ ਹੈ। ਬਟ ਇੱਥੇ ਆਪਣੇ ਕੋਲ ਜਿਵੇਂ ਹੁਣ ਇੱਥੇ 43 ਹੈ ਡੈਰੀਵੇਸ਼ਨ ਵਿਦ ਰਿਸਪੈਕਟ ਟੂ 2 ਹੈ, ਇੱਥੇ 42 ਹੈ ਡੈਰੀਵੇਸ਼ਨ ਵਿਦ ਰਿਸਪੈਕਟ ਟੂ 3 ਹੈ, ਇੱਥੇ 23 ਹੈ ਡੈਰੀਵੇਸ਼ਨ ਵਿਦ ਰਿਸਪੈਕਟ ਟੂ 4 ਹੈ। ਮਤਲਬ ਜੋ ਇੱਥੇ ਅਗਰ ਆਪਾਂ F ਨੂੰ ਮਿਊ ਨਿਊ ਲੈ ਕੇ ਚੱਲਦੇ ਆ ਇੱਥੇ, ਤਾਂ ਇੱਥੇ ਆਪਣੇ ਕੋਲ ਲੈਮਡਾ लेके चलांगे, मतलब करली लैमडा लेके चलांगे, बिकॉज इन्हां दोनों तो डिफरेंट ही अपने को इत्थे वेरीएबल हुंदे। तां इसदी जनरलाइज फॉर्म जो होएगी वो होएगी करली बाय करली एक्स न्यू एफ लैमडा म्यू, करली बाय करली एक्स लैमडा म्यू न्यू, करली बाय करली एक्स म्यू न्यू लैमडा। मीनस जो इत्थे होएगा इत्थे वो तो डिफरेंट ही होएगा अपने कोल वेरीएबल। ठीक है, तो ये अपने कोल फैराडे लॉ ते गॉस लॉ तो बनिया, तो इसनों ਆਪਾਂ फैराडे गॉस लॉ कहांगे। अपने कोल जो कोवेरिएंट फॉर्म है उस दे विच सिर्फ दो इक्वेशनस बनदियां ने मैक्सवेल ਦੀਆਂ 4 इक्वेशनस ਨੂੰ यूज करके, बिकॉज ਇਹਨਾਂ ਦੇ ਵਿੱਚ ਆਪਣੇ ਕੋਲ ਦੋ इक्वेशनस ਤੋਂ ਆਪਣੇ ਕੋਲ जनरलाइज फॉर्म ਇੱਕ ਬਣਦੀ ਹੈ ਦੋ इक्वेशनस ਦੀ। ठीक है, एक गॉस एम्पीयर लॉ ਤੇ ਇੱਕ फैराडे गॉस लॉ। ਤੇ ਜਿਹੜੀਆਂ ਇਹ एक्स ਤੇ वाई ਨੇ ਦੋਨੋਂ ਆਪਣੇ ਕੋਲ ਕੋਵੇਰੀਐਂਟ ਫਾਰਮ ਹੈ ਮੈਕਸਵੈਲ ਇਕੁਏਸ਼ਨ ਦੀ। ਠੀਕ ਹੈ, एक्स ਇਕੁਏਸ਼ਨ ਤੇ वाई ਇਕੁਏਸ਼ਨ। ਹਾਂਜੀ, ਨੈਕਸਟ ਟੌਪਿਕ ਹੈ ਮੈਕਸਵੈਲਸ ਇਕੁਏਸ਼ਨਸ ਇਨ ਆਈਸੋਟ੍ਰੋਪਿਕ ਡਾਇਲੈਕਟ੍ਰਿਕ ਮੀਡੀਅਮ। ਸਭ ਤੋਂ ਪਹਿਲਾਂ ਤਾਂ ਆਈਸੋਟ੍ਰੋਪਿਕ ਡਾਇਲੈਕਟ੍ਰਿਕ ਮੀਡੀਅਮ ਹੁੰਦਾ ਕੀ ਹੈ? ਡਾਇਲੈਕਟ੍ਰਿਕ ਮੀਨਸ ਨੋਨ ਕੰਡਕਟਿੰਗ ਮੀਡੀਅਮ, ਤੇ ਆਈਸੋਟ੍ਰੋਪਿਕ ਆਈਸੋਇਲੈਕਟ੍ਰਿਕ ਮੀਨਸ ਜਿਸ ਦੇ ਵਿੱਚ ਸਾਰੀਆਂ ਡਾਇਰੈਕਸ਼ਨਸ ਦੇ ਵਿੱਚ ਸੇਮ ਇਲੈਕਟ੍ਰੋਨਿਕ ਪ੍ਰੋਪਰਟੀਜ਼ ਹੋਣ, ਤਾਂ ਉਹ ਨੋਨ ਕੰਡਕਟਿੰਗ ਮੀਡੀਅਮ ਜਿਸ ਦੀਆਂ ਸਾਰੀਆਂ ਡਾਇਰੈਕਸ਼ਨਸ ਦੇ ਵਿੱਚ ਸੇਮ ਪ੍ਰੋਪਰਟੀਜ਼ ਹੁੰਦੀਆਂ ਨੇ ਉਸਨੂੰ ਆਪਾਂ ਕੀ ਕਹਿੰਦੇ ਆ? ਆਈਸੋਇਲੈਕਟ੍ਰਿਕ ਆਈਸੋਟ੍ਰੋਪਿਕ ਡਾਇਲੈਕਟ੍ਰਿਕ। ਠੀਕ ਹੈ, ਇੱਥੇ ਆਏਗਾ ਟ੍ਰੋਪਿਕ। ਆਈਸੋਟ੍ਰੋਪਿਕ ਮੀਨਸ ਸੇਮ properties in all directions, dielectric means non conducting medium। ਤਾਂ ਇੱਕ non conducting medium ਜਿਸ ਦੀਆਂ ਸਾਰੀਆਂ ਡਾਇਰੈਕਸ਼ਨਸ ਦੇ ਵਿੱਚ ਸੇਮ ਪ੍ਰੋਪਰਟੀਜ਼ ਹੁੰਦੀਆਂ ਨੇ ਉਸ ਨੂੰ ਆਪਾਂ ਕਹਿੰਦੇ ਆ ਆਈਸੋਟ੍ਰੋਪਿਕ ਡਾਇਲੈਕਟ੍ਰਿਕ। ਤੇ ਆਈਸੋਟ੍ਰੋਪਿਕ ਡਾਇਲੈਕਟ੍ਰਿਕ ਦੇ ਲਈ ਆਪਣੇ ਕੋਲ ਕੁਝ ਕੰਡੀਸ਼ਨਸ ਹੁੰਦੀਆਂ ਨੇ। ਸਭ ਤੋਂ ਪਹਿਲਾਂ ਤਾਂ ਜੋ ਕਰੰਟ ਡੈਂਸਿਟੀ ਹੁੰਦੀ ਹੈਗੀ ਉਹ 0 ਹੁੰਦੀ ਹੈ, ਜੇ ਵੈਕਟਰ 0, ਰੋ 0, ਜੋ ਵੋਲਿਊਮ ਚਾਰਜ ਡੈਂਸਿਟੀ ਉਹ ਵੀ 0, ਮਤਲਬ ਰੋ 0। ਉਸ ਤੋਂ ਬਾਅਦ ਜੋ ਡੀ ਡਿਸਪਲੇਸਮੈਂਟ ਡੈਂਸਿਟੀ ਹੁੰਦੀ ਹੈ ਜੋ ਐਪਸਾਈਲਨ ਈ ਵੈਕਟਰ ਦੇ ਇਕੁਅਲ ਹੁੰਦੀ ਹੈ, ਤੇ ਜੋ ਮੈਗਨੈਟਿਕ ਫੀਲਡ ਹੁੰਦਾ ਉਹ ਮਿਊ मैग्नेटिक फील्ड इंटेंसिटी के इक्वल होता है। ठीक है, बी वैक्टर इज इक्वल टू म्यू एच वैक्टर, डी वैक्टर इज इक्वल टू एप्सिलॉन ई वैक्टर, रो इक्वल टू 0, जे वैक्टर इक्वल टू 0। वो आप इन्ना मैक्सवेल इक्वेशनस दे विच पुट करांगे। आ अपने कोल बेसिक फॉर्म है जो मैक्सवेल इक्वेशनस दी है। अगर आप रो 0 पुट कर देंगे तो फर्स्ट इक्वेशन बन जूगी, डी नू भी आप एप्सिलॉन ई पुट कर देंगे तो फर्स्ट इक्वेशन बन जूगी डेल वैक्टर डॉट ई वैक्टर, दैट इज डाइवर्जेंस ऑफ ई वैक्टर। उस बाद डेल डॉट बी तो 0 है ही सी, ਇਹਦੇ ਵਿੱਚ ਤਾਂ ਕੁਝ ਮੋਡੀਫਿਕੇਸ਼ਨ ਹੈ ਹੀ ਨਹੀਂ। थर्ड ਦੇ ਵਿੱਚ ਵੀ ਸੇਮ ਹੀ ਹੈ, ਤੇ फोर्थ ਦੇ ਵਿੱਚ ਜਿੱਥੇ जे ਵੈਕਟਰ ਸੀ ਉੱਥੇ ਆਪਾਂ 0 ਪੁੱਟ ਕਰ ਦਾਂਗੇ, ਜਿੱਥੇ डी ਸੀ ਉੱਥੇ ਆਪਾਂ
ਉੱਥੇ ਆਪਾਂ ਐਪਸਾਈਲਨ ਈ ਪੁੱਟ ਕਰ ਦਾਂਗੇ ਤੇ ਆਪਣੇ ਕੋਲ ਇਹ ਫੋਰਥ ਇਕੁਏਸ਼ਨ ਬਣ ਜਾਏਗੀ। ਤਾਂ ਇਹ ਆਪਣੇ ਕੋਲ ਕੁਝ ਇਕੁਏਸ਼ਨਸ ਨੇ। ਇੱਕ ਚੀਜ਼ ਆਪਣੇ ਕੋਲ ਜੋ ਡਿਸਕਸ ਕਰਨੀ ਰਹਿ ਗਈ ਸੀ ਆਪਣੀ ਪ੍ਰੀਵੀਅਸ ਜਦੋਂ ਆਪਾਂ ਮੈਕਸਵੈਲ ਇਕੁਏਸ਼ਨਸ ਡਿਸਕਸ ਕੀਤੀਆਂ ਸੀ ਕਿ ਜੋ ਮਿਊ ਐਪਸਾਈਲਨ ਹੁੰਦਾ ਉਹ 1 ਸਪੀਡ ਦੇ ਸਕੁਅਰ ਦੇ ਇਕੁਅਲ ਹੁੰਦਾ 1 ਸਪੀਡ ਸਕੁਅਰ। ਜੋ ਆਪਾਂ ਕਿਸੇ ਵੀ ਮੀਡੀਅਮ ਦੀ ਗੱਲ ਕਰ ਰਹੇ ਹਾਂ ਐਪਸਾਈਲਨ ਮਿਊ ਉਸ ਮੀਡੀਅਮ ਦੇ ਵਿੱਚ ਪਰਮਿਟਿਵਿਟੀ ਤੇ ਪਰਮੇਬਿਲਿਟੀ ਨੇ ਤੇ ਵੀ ਉਸੇ ਮੀਡੀਅਮ ਦੇ ਵਿੱਚ ਸਪੀਡ ਹੈ। ਅਗਰ ਆਪਾਂ ਇੱਥੇ ਮਿਊ ਨੋਟ ਐਪਸਾਈਲਨ ਨੋਟ ਲੈ ਲਾਂਗੇ ਮਤਲਬ ਫ੍ਰੀ ਸਪੇਸ ਦੀ ਗੱਲ ਕਰਦੇ ਹਾਂ ਤਾਂ ਉੱਥੇ ਆਪਣੇ ਕੋਲ ਸੀ ਸਕੁਅਰ ਆ ਜਾਂਦਾ ਇੱਥੇ। ਠੀਕ ਹੈ, ਤਾਂ ਹੁਣ ਆਪਣੇ ਕੋਲ ਕਿਸੇ ਵੀ ਪਾਰਟਿਕੂਲਰ ਮੀਡੀਅਮ ਦੀ ਗੱਲ ਕਰ ਰਹੇ ਹਾਂ ਤਾਂ ਮਿਊ ਐਪਸਾਈਲਨ ਨੂੰ ਆਪਾਂ 1/v ਸਕੁਅਰ ਪੁੱਟ ਕਰ ਸਕਦੇ ਹਾਂ ਤੇ ਇੱਥੇ ਆਪਾਂ 1/v ਸਕੁਅਰ ਵੀ ਲਿਖ ਸਕਦੇ ਹਾਂ ਇਸ ਦੀ ਜਗ੍ਹਾ ਤੇ ਅਗਰ ਆਪਾਂ ਜੋ ਥਰਡ ਇਕੁਏਸ਼ਨ ਹੈ ਇਸ ਦੇ ਵਿੱਚ ਦੋਨੋਂ ਸਾਈਡ ਕਰਲ ਲੈ ਲਈਏ ਜੋ ਆਪਣੇ ਕੋਲ ਕਰਲ ਆਫ ਈ ਵੈਕਟਰ ਹੈ ਇੱਕ ਹੋਰ ਕਰਲ ਲੈ ਲਈਏ ਉਸ ਤੋਂ ਬਾਅਦ ਪ੍ਰੋਪਰਟੀਜ਼ ਲਗਾਈਏ ਸੋਲਵ ਕਰੀਏ ਇਸ ਨੂੰ ਸੋਲਵ ਕਰਕੇ ਆਪਣੇ ਕੋਲ ਇਹ ਇਕੁਏਸ਼ਨ ਬਣੇਗੀ ਇਸ ਤੇ ਕਰਲ ਲੈ ਕੇ। ਤੇ ਦੇਖੋ ਜੋ ਥਰਡ ਇਕੁਏਸ਼ਨ ਹੈ ਆਪਾਂ ਉਸ ਦੇ ਦੋਨੋਂ ਸਾਈਡ ਤੇ ਕਰਲ ਲੈਣੇ ਆ। ਕਰਲ ਲਿਆ ਆਪਣੇ ਕੋਲ ਕਰਲ ਆਫ ਕਰਲ ਦਾ ਫਾਰਮੂਲਾ ਹੁੰਦਾ ਹੈ ਕਿ ਡਾਈਵਰਜੈਂਸ ਈ ਵੈਕਟਰ ਬਣ ਜਾਏਗਾ। ਪਹਿਲਾ ਤਾਂ ਮਤਲਬ ਡੈਲ ਡਾਟ ਈ ਬ੍ਰੈਕਟ ਦੇ ਵਿੱਚ ਹੈ ਫਿਰ ਆਪਣੇ ਕੋਲ ਮਾਈਨਸ ਆਫ ਡੈਲ ਇਹ ਸੋਲਵ ਕਰਕੇ ਨਾਲ ਕੀ ਆਏਗਾ ਈ ਵੈਕਟਰ। ਇਸ ਸਾਈਡ ਤੇ ਵੀ ਆਪਾਂ ਆਪਣਾ ਕਰਲ ਲਿਆ ਜਦੋਂ ਕਰਲ ਲਿਆ ਉਹ ਜੋ ਆਪਣੇ ਕੋਲ ਮਾਈਨਸ ਕਰਲੀ ਬਾਈ ਕਰਲੀ ਟੀ ਸੀ ਉਹ ਬਾਹਰ ਆ ਗਿਆ ਤੇ ਅੰਦਰ ਆਪਣੇ ਕੋਲ ਕਰਲ ਆਫ ਪੀ ਵੈਕਟਰ ਬਣ ਗਿਆ। ਹੁਣ ਦੇਖੋ ਜੋ ਇਹ ਵਾਲੀ ਟਰਮ ਹੈ ਡਾਈਵਰਜੈਂਸ ਆਫ ਈ ਵੈਕਟਰ ਕੀ ਹੈ 0 ਹੈ ਬਿਕੋਜ਼ ਆਪਾਂ ਆਈਸੋਟ੍ਰੋਪਿਕ ਡਾਇਲੈਕਟ੍ਰਿਕ ਦੀ ਗੱਲ ਕਰ ਰਹੇ ਹਾਂ ਤਾਂ ਇਹ ਵਾਲੀ ਟਰਮ ਤਾਂ 0 ਹੋ ਗਈ ਪੂਰੀ ਟਰਮ। ਇੱਥੇ ਕੀ ਬਚ ਗਿਆ ਮਾਈਨਸ ਡੈਲ ਸਕੁਅਰ ਈ ਵੈਕਟਰ। ਇੱਧਰ ਆਪਣੇ ਕੋਲ ਕੀ ਆਇਆ ਦੇਖੋ ਜੋ ਡੈਲ ਵੈਕਟਰ ਕ੍ਰਾਸ ਬੀ ਵੈਕਟਰ ਹੈ ਉਸਦੀ ਆਪਾਂ ਫੋਰਥ ਇਕੁਏਸ਼ਨ ਚੋਂ ਵੈਲਿਊ ਪੁੱਟ ਕਰਤੀ ਡੈਲ ਕ੍ਰਾਸ ਬੀ ਦੀ ਆਪਾਂ ਫੋਰਥ ਇਕੁਏਸ਼ਨ ਚੋਂ ਵੈਲਿਊ ਪੁੱਟ ਕਰਤੀ। ਪੁੱਟ ਕਰਨ ਤੋਂ ਬਾਅਦ ਆਪਣੇ ਕੋਲ ਜੋ ਮਿਊ ਐਪਸਾਈਲਨ ਹੈ ਉਹ ਤਾਂ ਕਾਂਸਟੈਂਟ ਹੀ ਹੈ ਬਾਹਰ ਆ ਜਾਏਗਾ। ਇੱਥੇ ਕੀ ਬਚ ਗਿਆ ਡੈਲ ਸਕੁਅਰ ਈ ਮਾਈਨਸ ਮਿਊ ਐਪਸਾਈਲਨ ਕਰਲੀ ਸਕੁਅਰ ਈ ਵੈਕਟਰ ਬਾਈ ਕਰਲੀ ਟੀ ਸਕੁਅਰ ਤੇ ਮਿਊ ਐਪਸਾਈਲਨ ਨੂੰ ਆਪਾਂ 1/v ਸਕੁਅਰ ਵੀ ਪੁੱਟ ਕਰ ਸਕਦੇ ਹਾਂ ਤਾਂ ਇਹ ਆਪਣੇ ਕੋਲ ਇਕੁਏਸ਼ਨ ਬਣ ਜੂਗੀ। ਸਿਮਿਲਰਲੀ ਅਗਰ ਆਪਾਂ ਫੋਰਥ ਇਕੁਏਸ਼ਨ ਲੈ ਕੇ ਚੱਲੀਏ ਉਸ ਦਾ ਕਰ ਲਈਏ ਤਾਂ ਆਪਣੇ ਕੋਲ ਇਹ ਇਕੁਏਸ਼ਨ ਬਣੇਗੀ। ਤਾਂ ਜੋ ਇਹ ਥਰਡ ਤੇ ਫੋਰਥ ਇਕੁਏਸ਼ਨਸ ਨੇ ਪ੍ਰੋਪੇਗੇਸ਼ਨ ਇਕੁਏਸ਼ਨਸ ਨੇ ਆਈਸੋਟ੍ਰੋਪਿਕ ਡਾਇਲੈਕਟ੍ਰਿਕ ਦੇ ਵਿੱਚ। ਇਹ ਮੈਕਸਵੈਲਸ ਇਕੁਏਸ਼ਨਸ ਸੀ। ਮੈਕਸਵੈਲਸ ਇਕੁਏਸ਼ਨਸ ਹੈਗੇ ਨੇ ਉਸ ਤੋਂ ਬਾਅਦ ਜੋ EM ਵੇਵਸ ਨੇ ਉਹ ਆਈਸੋਟ੍ਰੋਪਿਕ ਡਾਇਲੈਕਟ੍ਰਿਕ ਦੇ ਵਿੱਚ ਜਦੋਂ ਪ੍ਰੋਪੇਗੇਟ ਕਰਦੀਆਂ ਨੇ ਤਾਂ ਪ੍ਰੋਪੇਗੇਸ਼ਨ ਇਕੁਏਸ਼ਨਸ ਜੋ ਨੇਗੀਆਂ ਉਹ ਆਪਣੇ ਕੋਲ ਥਰਡ ਤੇ ਜੋ ਆਪਣੇ ਕੋਲ ਆ ਦੋਨੋਂ ਇਕੁਏਸ਼ਨਸ ਨੇ ਇਹ ਹੈਗੀਆਂ ਨੇ ਪ੍ਰੋਪੇਗੇਸ਼ਨ ਇਕੁਏਸ਼ਨਸ। ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਜੋ ਹਾਂਜੀ ਇਸ ਦੇ ਨਾਲ ਆਪਣਾ ਅੱਜ ਦਾ ਟੌਪਿਕ ਕਵਰ ਹੁੰਦਾ ਹੈ। ਆਈ ਹੋਪ ਤੁਹਾਨੂੰ ਅੱਜ ਦਾ ਜੋ ਕਨਸੈਪਟ ਸੀ ਸਾਰਾ ਕਲੀਅਰ ਹੈ। ਅਗਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ। ਥੈਂਕ ਯੂ।